ਮਾਨਸਾ ਦੇ ਪਿੰਡ ਮੂਸਾ ਪਹੁੰਚੇ ਰਾਹੁਲ ਗਾਂਧੀ। ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਵੰਡਾਇਆ ਦੁੱਖ। ਰਾਜਾ ਵੜਿੰਗ ਸਣੇ ਹੋਰ ਕਾਂਗਰਸੀ ਵੀ ਰਹੇ ਮੌਜੂਦ। ਕਰਪਸ਼ਨ ਕੇਸ ਦੇ ਵਿੱਚ ਸਾਬਕਾ ਜੰਗਲਾਤ ਮੰਤਰੀ ਤੇ ਐਕਸ਼ਨ ਧਰਮਸੋਤ ਤੇ ਗਿਲਜੀਆਂ ਦੇ ਖਿਲਾਫ FIR ਦਰਜ। ਤੜਕੇ 3 ਵਜੇ ਧਰਮਸੋਤ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ। ਸਾਧੂ ਸਿੰਘ ਧਰਮਸੋਤ ਦੇ ਅਮਲੋਹ ਸਥਿਤ ਘਰ ਦੇ ਵਿੱਚ ਵਿਜੀਲੈਂਸ ਦੀ ਰੇਡ ਜਾਰੀ। ਮਕਾਨ ਦੀ ਲਈ ਜਾ ਰਹੀ ਹੈ ਤਲਾਸ਼ੀ। ਫਿਲਹਾਲ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਅਧਿਕਾਰੀ। ਕਾਂਗਰਸ ਨੇ ਸਰਕਾਰ ਦੇ ਐਕਸ਼ਨ ਨੂੰ ਦੱਸਿਆ ਸਿਆਸੀ ਬਦਲਾਖੋਰੀ। ਕਿਹਾ ਸਰਕਾਰ ਬਦਲੇ ਦੀ ਭਾਵਨਾ ਦੇ ਨਾਲ ਕਰ ਰਹੀ ਹੈ ਕੰਮ। ਸੰਗਰੂਰ ਜ਼ਿਮਨੀ ਚੋਣ ਦੇ ਵਿੱਚ ਸਿਆਸੀ ਫਾਇਦਾ ਲੈਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼। 27 ਜੂਨ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ। ਕੈਬਨਿਟ ਮੀਟਿੰਗ ਦੌਰਾਨ ਬਜਟ ਇਜਲਾਸ ਦੀਆਂ ਤਰੀਕਾਂ ਦਾ ਐਲਾਨ। 24 ਤੋਂ 30 ਜੂਨ ਤੱਕ ਹੋਵੇਗਾ ਬਜਟ ਇਜਲਾਸ। ਪੁਲਿਸ ਗਿਰਫਤ ਦੇ ਵਿੱਚ ਕੇਕੜੇ ਨੇ ਕੀਤੇ ਵੱਡੇ ਖੁਲਾਸੇ। ਸ਼ਾਰਪ ਸ਼ੂਟਰ ਕੇਸ਼ਵ ਨੂੰ ਵੀ ਪਿੰਡ ਮੂਸਾ ਲੈ ਕੇ ਗਿਆ ਸੀ ਕੇਕੜਾ। ਫੈਨ ਬਣ ਕੇ ਇੱਕ ਹੋਰ ਸਾਥੀ ਦੇ ਨਾਲ ਗਿਆ ਸੀ ਮੂਸੇਵਾਲਾ ਦੀ ਹਵੇਲੀ। ਥਾਰ ਦੀ ਵੀ ਖਿੱਚੀ ਸੀ ਫੋਟੋ। ਮੂਸੇਵਾਲਾ ਦੀ ਕਾਤਲਾਂ ਦਾ ਕੇਸ ਨਹੀਂ ਲੜਨਗੇ ਮਾਨਸਾ ਦੇ ਵਕੀਲ। ਬਾਰ ਐਸੋਸੀਏਸ਼ਨ ਨੇ ਲਿਆ ਫੈਸਲਾ। ਕਿਹਾ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਦੇ ਨਾਲ। ਕਾਂਗਰਸੀ MP ਰਮਨੀਤ ਬਿੱਟੂ ਨੂੰ ਮਿਲੀ ਧਮਕੀ। ਵਿਦੇਸ਼ ਤੋਂ ਆਈ ਧਮਕੀ ਭਰੀ ਫੋਨ ਕਾਲ। ਰਮਨੀਤ ਬਿੱਟੂ ਨੇ ਲੁਧਿਆਣਾ ਪੁਲਿਸ ਨੂੰ ਦਿੱਤੀ ਸ਼ਿਕਾਇਤ। SFJ ਦੇ ਗੁਰਪਤਵੰਤ ਸਿੰਘ ਪੰਨੂ ਦੇ ਖਿਲਾਫ ਪੰਜਾਬ ਦੇ ਵਿੱਚ ਕੇਸ ਹੋਇਆ ਦਰਜ। ਭੜਕਾਊ ਬਿਆਨਾਂ ਨੂੰ ਲੈ ਕੇ ਮੋਹਾਲੀ 'ਚ ਸਟੇਟ ਸਾਈਬਰ ਥਾਣੇ 'ਚ FIR। ਵਾਰ-ਵਾਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਗੁਰਪਤਵੰਤ ਸਿੰਘ ਪੰਨੂ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੀ PGI ਚੰਡੀਗੜ੍ਹ ਤੋਂ ਛੁੱਟੀ। ਕੱਲ ਕਰਵਾਇਆ ਗਿਆ ਸੀ ਭਰਤੀ। ਛਾਤੀ ਅਤੇ ਪੇਟ ਦੇ ਵਿੱਚ ਦਰਦ ਦੀ ਸੀ ਸ਼ਿਕਾਇਤ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦਾ ਆਗਾਜ਼ ਕਰਨ ਜਾ ਰਹੇ ਹਾਂ। ਸਿੱਧੂ ਮੂਸੇਵਾਲਾ ਦੇ ਕਤਲकांड ਦੇ ਵਿੱਚ ਲਗਾਤਾਰ ਵੱਡੇ ਖੁਲਾਸੇ ਹੋ ਰਹੇ ਨੇ। ਦਿਨ ਦੀਆਂ ਵੱਡੀਆਂ ਖਬਰਾਂ ਨੇ। ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫਤਾਰ ਕਰਨਾ, ਰਾਹੁਲ ਗਾਂਧੀ ਦਾ ਪਹੁੰਚਣਾ ਸਿੱਧੂ ਮੂਸੇਵਾਲਾ ਦੇ ਘਰ। ਪਰ ਇਸ ਸਮੇਂ ਜਿਹੜੀ ਵੱਡੀ ਖਬਰ ਹੈ ਉਸ ਦੇ ਉੱਤੇ ਅਪਡੇਟ ਤੁਹਾਨੂੰ ਦਿੰਦੇ ਆ। ਮੂਸੇਵਾਲਾ ਦੇ ਤਾਰ, ਮੂਸੇਵਾਲਾ ਕਤਲकांड ਦੇ ਤਾਰ ਅਰੁਣ ਗਾਵਲੀ ਗੈਂਗ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ। ਔਰ ਮਹਾਰਾਸ਼ਟਰ ਦਾ ਗੈਂਗ ਹੈ। ਮੁੰਬਈ ਦਾ ਖਤਰਨਾਕ ਗੈਂਗਸਟਰ ਹੈ ਅਰੁਣ ਗਾਵਲੀ। ਮਹਾਰਾਸ਼ਟਰ ਦੀ ਜੇਲ੍ਹ ਦੇ ਵਿੱਚ ਬੰਦ ਹੈ ਅਰੁਣ ਗਾਵਲੀ। ਇਹ ਲਿੰਕ ਜੁੜਦੇ ਹੋਏ ਅਰੁਣ ਗਾਵਲੀ ਦੇ ਨਾਲ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੇ 8 ਸ਼ਾਰਪ ਸ਼ੂਟਰ ਦੀ ਪਹਿਚਾਣ ਹੋਈ ਉਹਨਾਂ ਦੇ ਵਿੱਚੋਂ ਇੱਕ ਸ਼ਾਰਪ ਸ਼ੂਟਰ ਮਹਾਰਾਸ਼ਟਰ ਦਾ ਵੀ ਰਹਿਣ ਵਾਲਾ ਸੀ। ਮਹਾਰਾਸ਼ਟਰ ਦੇ ਨਾਲ ਪਹਿਲਾਂ ਹੀ ਤਾਰ ਜੁੜਦੇ ਹੋਏ ਨਜ਼ਰ ਆ ਰਹੀ ਸੀ ਤਾਂ ਹੁਣ ਮਹਾਰਾਸ਼ਟਰ ਮੁੰਬਈ ਤੋਂ ਇਹ ਵੱਡੀ ਖਬਰ ਹੈ। ਅਰੁਣ ਗਾਵਲੀ ਦੇ ਨਾਲ ਤਾਰ ਜੁੜਦੇ ਹੋਏ ਨਜ਼ਰ ਆ ਰਹੇ ਨੇ। ਅਰੁਣ ਗਾਵਲੀ ਗੈਂਗ ਦੇ ਨਾਲ ਤਾਰ ਜੁੜੇ ਨੇ ਸਿੱਧੂ ਮੂਸੇਵਾਲਾ ਕਤਲकांड ਮਾਮਲੇ ਦੇ ਵਿੱਚ। ਜਿਹੜਾ ਮੁੰਬਈ ਦਾ ਖਤਰਨਾਕ ਹੈ ਗੈਂਗਸਟਰ ਅਰੁਣ ਗਾਵਲੀ ਜੋ ਇਸ ਸਮੇਂ ਮਹਾਰਾਸ਼ਟਰ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ। ਤਾਂ ਜੇਲ੍ਹਾਂ ਦੇ ਵਿੱਚ ਬੈਠ ਕੇ ਪੂਰੇ ਸਿਸਟਮ ਨੂੰ, ਇਸ ਪੂਰੇ ਨੈਕਸਸ ਨੂੰ ਆਪਰੇਟ ਕੀਤਾ ਜਾ ਰਿਹਾ ਹੈ। ਚਾਹੇ ਲਾਰੈਂਸ ਬਿਸ਼ਨੋਈ ਹੋਵੇ, ਜੱਗੂ ਭਗਵਾਨਪੁਰੀਆ ਹੋਵੇ ਜਾਂ ਉਸ ਤੋਂ ਬਾਅਦ ਹੁਣ ਅਰੁਣ ਗਾਵਲੀ ਦਾ ਨਾਮ ਸਾਹਮਣੇ ਆ ਰਿਹਾ ਹੈ। ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਅਰੁਣ ਗਾਵਲੀ ਗੈਂਗ ਦੇ ਨਾਲ ਇਹ ਪੂਰਾ ਮਾਮਲਾ ਜੁੜਦਾ ਹੋਇਆ ਨਜ਼ਰ ਆ ਰਿਹਾ ਹੈ ਸਿੱਧੂ ਮੂਸੇਵਾਲਾ ਦੇ ਕਤਲ ਦਾ। ਤਾਂ ਇੱਕ ਚੀਜ਼ ਸਾਫ਼ ਹੈ ਕਿ ਇੱਕ ਗੈਂਗ ਦੇ ਵੱਲੋਂ ਵੀ, ਕਿਉਂਕਿ ਇਸ ਸਮੇਂ ਜੋ ਜਾਣਕਾਰੀ ਮਿਲ ਰਹੀ ਹੈ, ਲਿੰਕ ਜੁੜਦਾ ਹੋਇਆ ਅਰੁਣ ਗਾਵਲੀ ਦੇ ਨਾਲ ਵੀ ਨਜ਼ਰ ਆ ਰਿਹਾ ਹੈ। ਔਰ ਅਰੁਣ ਗਾਵਲੀ ਦੇ ਨਾਲ ਲਿੰਕ ਜੁੜਨ ਦਾ ਸਿੱਧਾ ਮਤਲਬ ਇਹ ਵੀ ਕੱਢਿਆ ਜਾ ਸਕਦਾ ਹੈ ਕਿ ਕਿਸੇ ਇੱਕ ਗੈਂਗ ਦੇ ਵੱਲੋਂ ਆਪਰੇਟ ਨਹੀਂ ਕੀਤਾ ਗਿਆ। ਇਹ ਬਹੁਤ ਵੱਡਾ ਸਾਜ਼ਿਸ਼ ਨੈਕਸਸ ਸੀ ਜਿਸ ਦੇ ਜ਼ਰੀਏ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਉਸ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ, ਸਚਿਨ ਬਿਸ਼ਨੋਈ ਦਾ ਨਾਮ, ਗੋਲਡੀ ਬਰਾੜ ਦਾ ਨਾਮ, ਜਿਹੜੇ ਸ਼ਾਰਪ ਸ਼ੂਟਰਸ ਨੇ ਉਹਨਾਂ ਦਾ ਨਾਮ, ਉਸ ਤੋਂ ਬਾਅਦ ਹੁਣ ਅਰੁਣ ਗਾਵਲੀ ਦਾ ਨਾਮ, ਜੱਗੂ ਭਗਵਾਨਪੁਰੀਆ ਦੇ ਵੀ ਲਿੰਕ ਆ ਰਹੇ ਨੇ। ਤਾਂ ਇੱਕ ਬਹੁਤ ਵੱਡੀ ਸਾਜ਼ਿਸ਼ ਘੜੀ ਗਈ। ਇਸ ਤਰੀਕੇ ਨਾਲ ਤਸਵੀਰਾਂ ਜਾਂ ਫਿਰ ਇਸ ਤਰੀਕੇ ਨਾਲ ਖਬਰਾਂ ਨੂੰ ਸਮਝੀਏ ਤਾਂ ਨਜ਼ਰ ਆਉਂਦਾ ਹੈ ਅਰੁਣ ਗਾਵਲੀ ਮਹਾਰਾਸ਼ਟਰ ਦਾ ਸ਼ਾਰਪ ਸ਼ੂਟਰ ਵੀ ਜੋ ਕਾਬੂ ਕੀਤਾ ਗਿਆ, ਜਿਸ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ, ਉਸ ਦੀ ਭਾਲ ਕੀਤੀ ਜਾ ਰਹੀ ਹੈ। ਉਹ ਵੀ ਮਹਾਰਾਸ਼ਟਰ ਦੇ ਨਾਲ ਉਸ ਦਾ ਸੰਬੰਧ ਦੱਸਿਆ ਜਾ ਰਿਹਾ ਹੈ। ਔਰ ਜਿਹੜੇ ਤਾਰ ਜੁੜੇ ਨੇ ਹਰਿਆਣਾ ਨਾਲ, ਪੰਜਾਬ ਨਾਲ, ਰਾਜਸਥਾਨ ਨਾਲ, ਮਹਾਰਾਸ਼ਟਰ ਨਾਲ, ਤਾਂ ਪੂਰਾ ਇੱਕ ਵੱਡਾ ਨੈਕਸਸ ਨਜ਼ਰ ਆਉਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਦੇ ਲਈ ਇੱਕ ਬਹੁਤ ਵੱਡੀ ਪਲੈਨਿੰਗ ਨੂੰ ਅੰਜਾਮ ਦਿੱਤਾ ਗਿਆ। ਔਰ ਅਰੁਣ ਗਾਵਲੀ ਦਾ ਲਿੰਕ ਜੇਕਰ ਨਿਕਲਦਾ ਵਿੱਚੋਂ, ਕਿਉਂਕਿ ਇਸ ਸਮੇਂ ਤਾਰ ਤਾਂ ਇਸ ਦੇ ਨਾਲ ਜੁੜਦੇ ਨਜ਼ਰ ਆ ਰਹੇ ਨੇ, ਤਾਂ ਕਿ ਅਰੁਣ ਗਾਵਲੀ, ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਜੱਗੂ ਭਗਵਾਨਪੁਰੀਆ ਇੱਕ ਵੱਡਾ ਨੈਕਸਸ ਚਲਾ ਰਹੇ ਨੇ ਪੂਰੇ ਦੇਸ਼ ਦੇ ਵਿੱਚ। ਮੁੰਬਈ ਤੋਂ ਲੈ ਕੇ ਪੰਜਾਬ ਤੱਕ, ਮੁੰਬਈ ਤੋਂ ਲੈ ਕੇ ਮਾਨਸਾ ਤੱਕ, ਕਿ ਇਸ ਤਰੀਕੇ ਨਾਲ ਇਹ ਪੂਰਾ ਨੈਕਸਸ ਚਲਾਇਆ ਜਾ ਰਿਹਾ ਹੈ ਕਿ ਮੁੰਬਈ ਦੇ ਵਿੱਚ ਜਿਹੜੀ ਪਲੈਨਿੰਗ ਕੀਤੀ ਗਈ, ਮਾਨਸਾ 'ਚ ਕਤਲ ਕੀਤਾ ਗਿਆ ਮੂਸੇਵਾਲਾ ਦਾ। ਇੱਕ ਵੱਡੀ ਗੱਲ ਜ਼ਰੂਰ ਹੈ ਔਰ ਵੱਡੀ ਜਾਣਕਾਰੀ ਇਸ ਪੂਰੇ ਮਾਮਲੇ ਜ਼ਰੂਰ ਹੈ। ਹਾਲਾਂਕਿ ਹੁਣ ਤੱਕ ਪੁਲਿਸ ਨੇ ਕੀ ਕੁਝ ਕੀਤਾ ਹੈ, ਪੁਲਿਸ ਨੇ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ, ਗ੍ਰਿਫਤਾਰ ਕੀਤਾ ਹੈ। ਉਹਨਾਂ ਦੇ ਵਿੱਚ ਇੱਕ ਨਾਮ ਮਨਪ੍ਰੀਤ ਸਿੰਘ ਦਾ ਵੀ ਹੈ ਜਿਸ ਦੀ ਨਿਸ਼ਾਨਦੇਹੀ ਦੇ ਉੱਤੇ ਪੁਲਿਸ ਅੱਗੇ ਵਧੀ। ਇੱਕ ਨਾਮ ਕੇਕੜੇ ਦਾ, ਸੰਦੀਪ ਕੇਕੜਾ, ਜਿਸ ਦੇ ਜ਼ਰੀਏ
ਰੇਕੀ ਕੀਤੀ ਗਈ, ਜਿਸ ਦੇ ਜ਼ਰੀਏ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ। ਕੇਕੜਾ ਤੇ ਮਨਪ੍ਰੀਤ ਦੇ ਉੱਤੇ ਇਲਜ਼ਾਮ ਨੇ ਔਰ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤੱਕ ਪੁਲਿਸ 8 ਸ਼ਾਰਪ ਸ਼ੂਟਰ ਦੀਆਂ ਤਸਵੀਰਾਂ ਵੀ ਜਾਰੀ ਕਰ ਚੁੱਕੀ ਹੈ। ਪਰ ਹੁਣ ਵੱਡੀ ਖਬਰ ਇਸ ਸਮੇਂ ਹੈ ਕਿ ਮੂਸੇਵਾਲਾ ਕਤਲकांड ਦੇ ਵਿੱਚ ਅਰੁਣ ਗਾਵਲੀ ਦਾ ਨਾਮ ਸਾਹਮਣੇ ਆ ਰਿਹਾ ਹੈ, ਇਸ ਗੈਂਗ ਦਾ ਨਾਮ ਸਾਹਮਣੇ ਆ ਰਿਹਾ ਹੈ। ਮਹਾਰਾਸ਼ਟਰ ਪੁਲਿਸ ਦੇ ਨਾਲ ਪੰਜਾਬ ਪੁਲਿਸ ਨੇ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ। ਮਹਾਰਾਸ਼ਟਰ ਜੇਲ੍ਹ ਦੇ ਵਿੱਚ ਅਰੁਣ ਗਾਵਲੀ ਬੰਦ ਹੈ। ਸ਼ਾਰਪ ਸ਼ੂਟਰ ਸੰਤੋਸ਼ ਜਾਦਵ ਹੈ ਗਾਂਗਲੀ ਦਾ ਗੁਰਗਾ ਔਰ 8 ਸ਼ਾਰਪ ਸ਼ੂਟਰਾਂ ਦੇ ਵਿੱਚ ਸ਼ਾਮਲ ਹੈ ਸੰਤੋਸ਼ ਜਾਦਵ, ਪੁਣੇ ਦਾ ਰਹਿਣ ਵਾਲਾ ਸੰਤੋਸ਼ ਜਾਦਵ। ਯਾਨੀ ਕਿ ਮਹਾਰਾਸ਼ਟਰ ਦੇ ਨਾਲ ਲਿੰਕ ਤਾਂ ਪਹਿਲਾਂ ਹੀ ਜੁੜਦੇ ਹੋਏ ਨਜ਼ਰ ਆ ਰਹੇ ਸੀ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ। ਤਾਂ ਸਿੱਧੂ ਮੂਸੇਵਾਲਾ ਦੀ ਕੀ ਜਾਨ ਲੈਣ ਦੇ ਲਈ ਇਹ ਪੂਰੀ ਪਲੈਨਿੰਗ ਕੀਤੀ ਗਈ ਮਹਾਰਾਸ਼ਟਰ ਦੇ ਵਿੱਚ, ਮੁੰਬਈ ਦੇ ਵਿੱਚ। ਤਾਂ ਮੁੰਬਈ ਟੂ ਮਾਨਸਾ ਇਹ ਪੂਰਾ ਕਨੈਕਸ਼ਨ ਇਸ ਸਮੇਂ ਨਜ਼ਰ ਆ ਰਿਹਾ ਹੈ। ਗਾਵਲੀ ਟੂ ਬਿਸ਼ਨੋਈ, ਗਾਵਲੀ ਟੂ ਗੋਲਡੀ ਬਰਾੜ, ਇਹ ਇਸ ਸਮੇਂ ਨਜ਼ਰ ਆਉਂਦਾ ਹੈ ਕਿ ਕਿਸ ਤਰੀਕੇ ਨਾਲ ਪੂਰਾ ਨੈਕਸਸ ਬਣਾਇਆ ਗਿਆ, ਕਿਸ ਤਰੀਕੇ ਨਾਲ ਆਪਸ ਦੇ ਵਿੱਚ ਕੜੀਆਂ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਇਸ ਸਮੇਂ ਅਰੁਣ ਗਾਵਲੀ ਦੀ। ਅਰੁਣ ਗਾਵਲੀ ਹੈ ਜੋ ਮੁੰਬਈ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ। ਅਰੁਣ ਗਾਵਲੀ ਜਿਸ ਦਾ ਪੂਰਾ ਲਿੰਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਸਾਹਮਣੇ ਆ ਰਿਹਾ। ਹੁਣ ਪਰ ਇਹ ਵੀ ਸਵਾਲ ਹੈ ਕਿ ਅਰੁਣ ਗਾਵਲੀ ਦੀ ਕੀ ਦੁਸ਼ਮਣੀ ਸਿੱਧੂ ਮੂਸੇਵਾਲਾ ਦੇ ਨਾਲ। ਮੁੰਬਈ 'ਚ ਬੈਠਾ ਇੱਕ ਜੇਲ੍ਹ ਦੇ ਵਿੱਚ ਬੰਦ ਅਰੁਣ ਗਾਵਲੀ ਆਖਿਰ ਸਿੱਧੂ ਮੂਸੇਵਾਲਾ ਦੇ ਕਤਲ ਦੀ ਪਲੈਨਿੰਗ ਕਿਉਂ ਕਰੇਗਾ? ਇੱਕ ਵੱਡਾ ਸਵਾਲ ਹੈ, ਸਭ ਦੇ ਜ਼ਿਹਨ ਦੇ ਵਿੱਚ ਉੱਠੇਗਾ ਕਿ ਇੱਕ ਸ਼ਖਸ ਜੋ ਮਾਨਸਾ ਦੇ ਵਿੱਚ ਹੈ, ਉਹ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ, ਤੇ ਮੁੰਬਈ ਦੇ ਵਿੱਚ ਇੱਕ ਬੈਠਾ ਸ਼ਖਸ ਜੋ ਜੇਲ੍ਹ ਦੇ ਵਿੱਚ ਬੰਦ ਹੈ, ਉਹ ਆਪਣੀ ਗੈਂਗ ਨੂੰ ਤਾਂ ਆਪਰੇਟ ਕਰ ਰਿਹਾ, ਪਰ ਮਾਨਸਾ ਦੇ ਵਿੱਚ ਬੈਠੇ ਮੂਸੇਵਾਲਾ ਦੇ ਉੱਤੇ ਕਤਲ ਕਿਉਂ ਉਸਦਾ ਕਰਵਾਇਆ ਜਾਏਗਾ? ਤੇ ਇਸ ਦੇ ਦੋ ਵੱਡੇ ਰੀਜ਼ਨ ਨਜ਼ਰ ਆਉਂਦੇ ਨੇ। ਇੱਕ ਕਿ ਸਿੱਧੂ ਮੂਸੇਵਾਲਾ ਬਹੁਤ ਵੱਡਾ ਨਾਮ ਸੀ ਪੂਰੀ ਦੁਨੀਆ ਦੇ ਵਿੱਚ, ਖਾਸ ਤੌਰ ਤੇ ਹਿੰਦੁਸਤਾਨ ਦੇ ਵਿੱਚ। ਜਿਵੇਂ ਸਿੱਧੂ ਮੂਸੇਵਾਲਾ ਦੇ ਇਸ ਸਮੇਂ ਗਾਣੇ ਫੇਮਸ ਹੋ ਰਹੇ ਸੀ, ਸਿੱਧੂ ਮੂਸੇਵਾਲਾ ਦੇ ਬਿਆਨ ਫੇਮਸ ਹੋ ਰਹੇ ਸੀ। ਪੁਆਇੰਟ ਨੰਬਰ 2, ਕਿਉਂਕਿ ਇਹ ਜਿਹੜੀਆਂ ਗੈਂਗਸ ਹੁੰਦੀਆਂ ਨੇ ਆਪਸ ਦੇ ਵਿੱਚ ਵੀ ਆਪਰੇਟ ਕਰਦੀਆਂ ਨੇ। ਤਾਂ ਇੱਥੇ ਲਿੰਕ ਨਜ਼ਰ ਆ ਰਿਹਾ ਕਿ ਅਰੁਣ ਗਾਵਲੀ ਲਾਰੈਂਸ ਬਿਸ਼ਨੋਈ ਦਾ ਪੂਰਾ ਕਨੈਕਸ਼ਨ ਗੋਲਡੀ ਬਰਾੜ ਦੇ ਨਾਲ ਜੋ ਕੈਨੇਡਾ ਦੇ ਵਿੱਚ ਬੈਠਾ ਹੈ। ਲਾਰੈਂਸ ਬਿਸ਼ਨੋਈ ਦਾ ਇੱਕ ਕਨੈਕਸ਼ਨ ਜੱਗੂ ਭਗਵਾਨਪੁਰੀਆ ਦੇ ਨਾਲ ਦੱਸਿਆ ਜਾਂਦਾ ਹੈ, ਤੇ ਪੂਰਾ ਇੱਕ ਸਰਕਲ ਨਜ਼ਰ ਆਉਂਦਾ ਹੈ। ਉਹਦੇ ਵਿਚਾਲੇ ਆ ਗਿਆ ਸਿੱਧੂ ਮੂਸੇਵਾਲਾ, ਜਿਸ ਦੇ ਉੱਤੇ ਬੰਬੀਹਾ ਗਰੁੱਪ ਦੇ ਨਾਲ ਨੇੜਤਾ ਦੇ ਇਲਜ਼ਾਮ ਲੱਗਦੇ ਨੇ, ਜਿਸ ਦੇ ਮੈਨੇਜਰ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਸਨੇ ਜਦੋਂ ਵਿੱਕੀ ਮਿੱਡੂ ਖੇੜਾ ਦਾ ਕਤਲ ਹੋਇਆ ਤਾਂ ਉਸ ਸਮੇਂ ਸ਼ਗਨਪ੍ਰੀਤ ਜਿਹੜਾ ਸੀ ਉਸ ਨੂੰ ਭੱਜਣ ਦੇ ਵਿੱਚ ਮਦਦ ਕੀਤੀ। ਇਲਜ਼ਾਮ ਲੱਗੇ ਜਾਂ ਕਹੀਏ ਕਿ ਫੇਸਬੁੱਕ ਪੋਸਟਾਂ ਦੇ ਜ਼ਰੀਏ ਜਿਹੜੀਆਂ ਇਹ ਗੈਂਗਸ ਨੇ, ਖਾਸ ਤੌਰ ਤੇ ਲਾਰੈਂਸ ਬਿਸ਼ਨੋਈ ਗੈਂਗ, ਉਸ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਉੱਤੇ ਇਲਜ਼ਾਮ ਲਗਾ ਕੇ ਇਸ ਦਾ ਜ਼ਿਕਰ ਕੀਤਾ ਗਿਆ ਕਿ ਇਸ ਕਰਕੇ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ। ਤਾਂ ਅਰੁਣ ਗਾਵਲੀ, ਉਸ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਮੁੰਬਈ ਮਹਾਰਾਸ਼ਟਰ ਦੀ ਇੱਕ ਜੇਲ੍ਹ ਦੇ ਵਿੱਚ ਬੰਦ ਹੈ ਔਰ ਅਰੁਣ ਗਾਵਲੀ ਮੁੰਬਈ ਦਾ ਇੱਕ ਵੱਡਾ ਗੈਂਗਸਟਰ ਕਿਹਾ ਜਾਂਦਾ ਹੈ। ਇੱਕ ਗੈਂਗਸਟਰ ਪੰਜਾਬ ਦਾ ਵੱਡਾ ਨਾਮ ਹੈ ਲਾਰੈਂਸ ਬਿਸ਼ਨੋਈ, ਜੋ ਬੰਦ ਹੈ ਦਿੱਲੀ ਦੀ ਤਿਹਾੜ ਜੇਲ੍ਹ ਦੇ ਵਿੱਚ। ਇੱਕ ਗੈਂਗਸਟਰ ਵੱਡਾ ਮਹਾਰਾਸ਼ਟਰ ਦਾ ਜੋ ਬੰਦ ਹੈ ਮੁੰਬਈ ਦੀ ਇੱਕ ਜੇਲ੍ਹ ਦੇ ਵਿੱਚ। ਇੱਕ ਗੈਂਗਸਟਰ ਗੋਲਡੀ ਬਰਾੜ ਜੋ ਲਾਰੈਂਸ ਬਿਸ਼ਨੋਈ ਦੇ ਨਾਲ ਤਾਲੁਕ ਜਿਸ ਦੇ ਦੱਸੇ ਜਾਂਦੇ ਨੇ, ਜੋ ਬੈਠਾ ਹੈ ਕੈਨੇਡਾ ਦੇ ਵਿੱਚ। ਇੱਕ ਨਾਮ ਜੱਗੂ ਭਗਵਾਨਪੁਰੀਆ ਦਾ ਜੋ ਬੈਠਾ ਹੈ ਜੇਲ੍ਹ ਦੇ ਵਿੱਚ। ਤਾਂ ਇਹ ਪੂਰਾ ਕਨੈਕਸ਼ਨ, ਇੱਕ ਚੀਜ਼ ਕਲੀਅਰ ਹੈ ਕਿ ਪੰਜਾਬ ਦੇ ਵਿੱਚ ਸਿਰਫ ਮੋਰੇ ਸੀ ਔਰ ਪੰਜਾਬ ਤੋਂ ਬਾਹਰ ਬੈਠ ਕੇ ਇਸ ਦੀ ਪਲੈਨਿੰਗ ਹੋਈ। ਉਹ ਚਾਹੇ ਮੁੰਬਈ 'ਚ ਹੋਈ ਹੈ ਮਾਨਸੇ ਤੱਕ, ਉਹ ਚਾਹੇ ਕੈਨੇਡਾ ਦੇ ਵਿੱਚ ਹੋਈ ਹੈ ਮਾਨਸਾ ਤੱਕ, ਉਹ ਚਾਹੇ ਦਿੱਲੀ ਤਿਹਾੜ ਜੇਲ੍ਹ ਦੇ ਵਿੱਚ ਹੋਈ ਹੈ ਮਾਨਸਾ ਤੱਕ, ਜਾਂ ਫਿਰ ਜੱਗੂ ਭਗਵਾਨਪੁਰੀਆ ਦੇ ਵੱਲੋਂ ਕੀਤੀ ਗਈ ਜੇਲ੍ਹ 'ਚ ਬੈਠ ਕੇ ਮੂਸੇਵਾਲਾ ਦੇ ਕਤਲ ਦੇ ਲਈ। ਤੇ ਪੂਰਾ ਇੱਕ ਨੈਕਸਸ ਨਜ਼ਰ ਆ ਰਿਹਾ ਹੈ। ਪਰ ਜੇ ਅਰੁਣ ਗਾਵਲੀ ਦੇ ਤਾਰ ਜੁੜਦੇ ਨੇ ਜਾ ਕੇ, ਜਾਂ ਅਰੁਣ ਗਾਵਲੀ ਤੱਕ ਪੂਰਾ ਇਨਵੈਸਟੀਗੇਸ਼ਨ ਦਾ ਮਾਮਲਾ ਪਹੁੰਚਦਾ ਹੈ, ਤਾਂ ਮਾਮਲਾ ਹੋਰ ਉਲਝਦਾ ਹੋਇਆ ਵੀ ਨਜ਼ਰ ਆਉਂਦਾ ਹੈ। ਔਰ ਖਾਸ ਇਹ ਵੀ ਹੈ ਜੋ ਅਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕਿ ਅਰੁਣ ਗਾਵਲੀ ਦਾ ਲਿੰਕ ਕਿੱਥੋਂ ਜੁੜਦਾ ਹੈ। ਤਾਂ ਅਰੁਣ ਗਾਵਲੀ ਦੇ ਲਿੰਕ ਦਾ ਜੁੜਨ ਦਾ ਇੱਕ ਸਿੱਧਾ ਜਿਹਾ ਮਤਲਬ ਇਹ ਵੀ ਹੈ ਕਿਉਂਕਿ ਜਦੋਂ ਸੰਤੋਸ਼ ਜਾਦਵ ਦਾ ਨਾਮ ਆਇਆ ਤਾਂ ਉਸ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਿਆ ਕਿ 8 ਸ਼ਾਰਪ ਸ਼ੂਟਰਸ ਦਾ ਜ਼ਿਕਰ ਹੋਇਆ। 8 ਸ਼ਾਰਪ ਸ਼ੂਟਰਸ ਦੇ ਵਿੱਚੋਂ ਇੱਕ ਸ਼ਾਰਪ ਸ਼ੂਟਰ ਸੰਤੋਸ਼ ਜਾਦਵ ਜੋ ਕਿ ਅਰੁਣ ਗਾਵਲੀ ਗੈਂਗ ਦਾ ਹੀ ਦੱਸਿਆ ਜਾ ਰਿਹਾ ਹੈ। ਅਰੁਣ ਗਾਵਲੀ ਗੈਂਗ ਦਾ ਸ਼ਾਰਪ ਸ਼ੂਟਰ ਜੋ ਇਸ ਪੂਰੇ ਕਤਲकांड ਦੇ ਵਿੱਚ ਸ਼ਾਮਲ ਸੀ। ਕਤਲकांड ਦਾ ਮਤਲਬ ਇਹ ਹੈ ਕਿ ਇੱਕ ਤਾਂ ਲੋਕ ਨੇ ਜਿਹੜੇ ਪੂਰੀ ਪਲੈਨਿੰਗ ਕਰ ਰਹੇ ਸੀ, ਜਿਨ੍ਹਾਂ ਦੇ ਵਿੱਚ ਨਾਮ ਆ ਰਿਹਾ ਹੈ ਸਚਿਨ ਬਿਸ਼ਨੋਈ, ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਅਰੁਣ ਗਾਵਲੀ, ਜੱਗੂ ਭਗਵਾਨਪੁਰੀਆ, ਮਨਪ੍ਰੀਤ ਸਿੰਘ, ਉਸ ਤੋਂ ਬਾਅਦ ਸੰਦੀਪ ਕੇਕੜਾ। ਇਹ ਪੂਰਾ ਇੱਕ ਨੈਕਸਸ ਹੈ ਜੋ ਬੈਠ ਕੇ ਆਪਰੇਟ ਕਰ ਰਿਹਾ ਸੀ, ਜੋ ਪਲਾਨ ਕਰ ਰਿਹਾ ਸੀ ਕਿ ਕਿਸਨੇ ਜਾ ਕੇ ਰੇਕੀ ਕਰਨੀ ਹੈ, ਕਿਸਨੇ ਜਾ ਕੇ ਇਨਫੋਰਮੇਸ਼ਨ ਦੇਣੀ ਹੈ, ਕੌਣ ਘਰ ਦੇ ਬਾਹਰ ਮੌਜੂਦ ਰਹੇਗਾ, ਕੌਣ ਗੱਡੀਆਂ ਦੇ ਵਿੱਚ ਮੌਜੂਦ ਰਹੇਗਾ। ਇਹ ਸਾਰੀ ਪਲੈਨਿੰਗ ਇਹ ਲੋਕ ਕਰ ਰਹੇ ਸੀ ਜੋ ਇਸ ਸਮੇਂ ਜਾਣਕਾਰੀ ਹੈ ਇਲਜ਼ਾਮ ਲੱਗ ਰਹੇ ਨੇ। ਪੁਆਇੰਟ ਨੰਬਰ 2, ਉਹ ਲੋਕ ਕੌਣ ਨੇ ਜਿਨ੍ਹਾਂ ਦੇ ਵੱਲੋਂ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ? ਉਹਨਾਂ ਦੇ ਵਿੱਚ ਇੱਕ ਨਾਮ ਸ਼ਾਮਲ ਹੈ ਸੰਤੋਸ਼ ਜਾਦਵ ਦਾ। 8 ਸ਼ਾਰਪ ਸ਼ੂਟਰਸ ਦਾ ਜ਼ਿਕਰ ਹੋ ਰਿਹਾ ਕਿ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਦਾ ਪਿੱਛਾ ਕੀਤਾ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਉੱਤੇ ਫਾਇਰਿੰਗ ਕੀਤੀ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਗੱਡੀ ਨੂੰ ਘੇਰਿਆ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਸਿੱਧੇ ਤੌਰ ਦੇ ਉੱਤੇ ਜਾ ਕੇ।
ਕਸੂਰਵਾਰ ਬਾਕੀ ਦੇ ਵੀ ਉਨੇ ਹੀ, ਪਰ ਸਿੱਧਾ ਕਤਲ ਕਰਨ ਵਾਲੇ ਵੀ ਕਸੂਰਵਾਰ ਜਿਨ੍ਹਾਂ ਦੇ ਵੱਲੋਂ ਇਸ ਫਾਇਰਿੰਗ ਨੂੰ ਅੰਜਾਮ ਦਿੱਤਾ ਗਿਆ। ਤਾਂ ਸੰਤੋਸ਼ ਜਾਦਵ ਦਾ ਨਾਮ ਸਾਹਮਣੇ ਆਇਆ, ਨਿਕਲ ਕੇ 8 ਸ਼ਾਰਪ ਸ਼ੂਟਰਸ ਦਾ ਨਾਮ ਆਇਆ ਸੀ। 8 ਸ਼ਾਰਪ ਸ਼ੂਟਰਸ ਦੇ ਵਿੱਚ ਜਗਰੂਪ ਸਿੰਘ ਰੂਪਾ ਜਿਸ ਦੇ ਘਰ ਦੇ ਉੱਤੇ ਛਾਪੇਮਾਰੀ ਹੋਈ ਆ, ਹੋਰ ਜਿਹੜੇ 6 ਸ਼ਾਰਪ ਸ਼ੂਟਰਸ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਨਾਮ ਸੰਤੋਸ਼ ਜਾਦਵ ਦਾ ਨਾਮ ਹੈ। ਸੰਤੋਸ਼ ਜਾਦਵ ਪੁਣੇ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। पुणे तो मुंबई होके मानसा पहुंचता है, वारदात को अंजाम दिंदा है। और ये जो गैंगस्टर है संतोष जादव, ये दसिया जा रहा है इस शख्स की गैंग का। यह शख्स है अरुण गावली, और गावली दे वल्लों भी ये पूरा लिंक जुड़ता होया नजर आ रहा है। तो एक चीज क्लीयर पुलिस को जरूर करनी होगी कि जेकर सचिन बिश्नोई नूं इस पूरे मामले का मुख्य साजिश घाड़ा मन रही है पुलिस, तो अरुण गावली ते सचिन बिश्नोई या लॉरेंस बिश्नोई दे आपस दे विच की नेड़ता है, आपस दे विच किवें ये पूरा कोआर्डिनेट कर रहे सी या किवें ये साजिश कर रहे सी, एक बड़ा सवाल है। उस तो बाद क्यों जरूरत पई कि अरुण गावली नूं भी ऐड किया जाए इस बड़ी कतल दी वारदात नूं अंजाम देण दे लई? कि सिद्धू मूसेवाला दी अरुण गावली दे नाल भी कोई दिक्कत सी, या अरुण गावली भी किसी फरौती दे लई या किसी एक्सटॉर्शन मनी दे लई सिद्धू मूसेवाला नूं कॉल करदा सी? दरअसल परिवार दे वल्लों यह कहा गया कि सानूं धमकियां पिछले कुछ दिनों दे विच मिलियां ने, ताकि अरुण गावली या उसके गुरगे भी कोई कॉल कर रहे सी सिद्धू मूसेवाला नूं एक्सटॉर्शन मनी दे लई, फिरौती दे लई, क्योंकि सिद्धू मूसेवाला दे गाने जबरदस्त हिट हो रहे सी। जदों गाने हिट होणगे, नाम चमकेगा, तो उस दे नाल पैसा भी आंदा है। ये इल्जाम लगते रहे ने, ये जरूर इल्जाम लगते रहंदे ने। पर इस सब दे विचाले असीं तुहानूं संतोष जादव की तस्वीर भी दिखा रहे हैं, जो अरुण गावली का जिक्र हो रहा है। संतोष जादव अरुण गावली का ही गुरगा दस्सिया जा रहा है। संतोष जादव जो शूटर 8 शूटर सी, उन्हां दे विचों एक शूटर है संतोष जादव, जिस दे वल्लों इस पूरी कतल की वारदात नूं अंजाम दिता गया, जिस दे वल्लों गोलियां चलाईयां गईयां, जिस दे वल्लों सिद्धू मूसेवाला दा कतल कर दिता गया। तो इस समय की बड़ी खबर असीं अपने दर्शकों को दस रहे हैं। ये पूरा मामला मुंबई तक पहुंच गया कि मुंबई दे विच भी बैठ के हो सकता है कि पूरी प्लानिंग की गई होवे, क्योंकि हुण तक साफ नहीं कि पूरी प्लानिंग कित्थों हुई, क्योंकि गड्डी रावतसर राजस्थान तो तुरदी है, फतेहाबाद पहुंचती है, फतेहाबाद तो फिर उस तो बाद मानसा पहुंचती है कोटपुरा हाईवे होके, ते दूजे पासे एक गड्डी पंजाब तो ही पहुंचती है। कुछ लोग हैगे ने जिहड़े फतेहाबाद दे दस्से जा रहे हैं जिन्हां ने शूट किया है, जिन्हां ने अंजाम दिता इस वारदात नूं, पंजाब दे हैगे ने, जिन्हां दे विच जगरूप रूपा भी शामिल है, ते एक संतोष जादव का भी जिक्र हो रहा है, राजस्थान का भी जिक्र हो रहा है। तो 4 स्टेट्स का लगातार जिक्र हो रहा है जिथे पूरी वारदात नूं अंजाम दिता गया है। तो ये अपडेट होर लैण की कोशिश करते हैं। सीधा रुक करते हैं, साडे सहयोगी इस समय साडे नाल जुड़ रहे हैं मनोज राठी, उन्हां दा रुक करते हैं। मनोज, मेरी आवाज़ तुहाडे तक पहुंच रही होगी? मनोज साडे नाल जुड़ चुके हैं। मनोज, ये बहुत बड़ा एक नैक्सस नजर आ रहा है, बहुत बड़ा एक साजिश का काम नजर आ रहा है, जो सिद्धू मूसेवाला के कतल की वारदात नूं अंजाम दिता गया। मुंबई तो लैके मानसा तक पूरा वारदात नूं अंजाम दिता जाता है। हुण एक की समझा जाए कि अरुण गावली के नाम का जिक्र क्यों? पॉइंट नंबर 2 कि मुंबई दे विच मानसा च वारदात नूं अंजाम देण दे लई पूरी प्लानिंग की गई है। मनोज, बिल्कुल गौरव, हुण कड़ी दर कड़ी सारी चीज़ां जुड़दियां जा रही हैं। तुहानूं थोड़ी जी इहदे बैकग्राउंड चलिए। 4 स्टेट, एक वड्डी वारदात, पंजाब, हरियाणा, राजस्थान ते होर जिहड़ा हैगा सारी चीज़ां जिहड़ियां जुड़दी नजर आ रही है, जिहदे विच हुण कई जिहड़े 8 शार्प शूटर्स की गल सामने आ रही है। ਅਸੀਂ ਗੱਲ ਕਰ ਰਹੇ ਹਾਂ ਸੰਤੋष ਜਾਦਵ ਦੀ। ਇਹ ਉਹੀ ਹੈ ਜਿਹੜਾ ਅਰੁਣ ਗਾਵਲੀ ਨਾਲ ਕੰਮ ਕਰਦਾ, ਲੇਕਿਨ ਜਿਹੜੇ ਸਾਡੇ ਪੁਲਿਸ ਸੋਰਸਿਸ ਦੱਸ ਰਹੇ ਨੇ ਕਿ ਅਰੁਣ ਗਾਵਲੀ ਦੇ ਨਾਲ ਜਿਹੜਾ ਜਾਦਵ ਹੈ ਉਹ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਵੀ ਮਿਲਿਆ ਹੋਇਆ ਸੀਗਾ। ਹੁਣ ਇਹਦੇ ਜਿਹੜੇ ਤਾਰ ਨੇ, ਹਾਲਾਂਕਿ ਜਿੱਦਾਂ ਤੁਸੀਂ ਪਹਿਲਾਂ ਵੀ ਦੱਸਿਆ ਕਿ ਪਰਿਵਾਰ ਵਾਲੇ ਇਹ ਵੀ ਗੱਲ ਕਰਦੇ ਨਜ਼ਰ ਆ ਰਹੇ ਨੇ ਕਿ ਕਈ ਦਿਨਾਂ ਤੋਂ ਸਿੱਧੂ ਨੂੰ ਕਈ ਜਿਹੜੀ ਥ੍ਰੈਟ ਹੈ ਉਹ ਸਾਹਮਣੇ ਆ ਰਹੀ ਹੈ। ਇਹਦਾ ਜ਼ਿਕਰ ਲਾਰੈਂਸ ਬਿਸ਼ਨੋਈ ਨੇ ਵੀ ਆਪਣੀ ਪੋਸਟ ਤੇ ਕੀਤਾ ਸੀਗਾ। ਜੇ ਤੁਹਾਨੂੰ ਯਾਦ ਹੋਵੇ, ਪੋਸਟ ਪਾਈ ਸੀ ਲਾਰੈਂਸ ਬਿਸ਼ਨੋਈ ਨੇ, ਉਹਨੇ ਕਿਹਾ ਸੀਗਾ ਅਸੀਂ ਕਾਲ ਕੀਤਾ ਸੀ ਤੇ ਲੇਕਿਨ ਸਿੱਧੂ ਦਾ ਜਵਾਬ ਸੀਗਾ ਕਿ ਮੈਂ ਵੀ ਲੋਡਿਡ ਰੱਖਦਾ, ਤੁਸੀਂ ਜਦ ਮਰਜ਼ੀ ਆ ਜਾਓ। ਤੇ ਹੁਣ ਇਹਦੇ ਜਿਹੜੇ ਤਾਰ ਨੇ ਪੰਜਾਬ ਦੇ ਨਾਲ ਹਰਿਆਣਾ, ਰਾਜਸਥਾਨ, पुणे इत्थे जुड़ रहे ने, तो किते ना किते हुण सारी इन्वेस्टिगेशन जिहड़ी है वो कीती जा रही है। 2 जिहड़ी टीमां है वो पुणे भी गई हुई ने। जिहड़ा सुनील जादव है उहदे ते कई आपराधिक मामले दर्ज ने, शार्प शूटर ने, प्रोफेशनली शार्प शूटर है, और जिहड़े भी 8 शूटर ने उन्हां दा जिहड़ा जिक्र है वो किते ना किते लॉरेंस बिश्नोई दे नाल जुड़दा नजर आ रहा है। ते हुण अरुण गावली इहदे नाल भी जुड़दा। अरुण गावली कौन है? ये भी तुहानूं दस दिए कि बड़ा ਜਿਹੜੇ ਕਈ ਅਪਰਾਧਿਕ ਮਾਮਲੇ ਦਰਜ ਨੇ, ਮੋਸਟ ਵਾਂਟਡ ਜਿਹੜਾ ਦੱਸਿਆ ਜਾ ਰਿਹਾ ਹੈ, ਤੇ ਇਹਦੇ ਵਿੱਚ ਇਹ ਜਿਹੜਾ ਸੰਤੋਸ਼ ਯਾਦਵ ਹੈ ਇਹਦੀ ਗੈਂਗ ਦਾ ਐਕਟਿਵ ਮੈਂਬਰ ਹੈ। ਤਾਂ ਕਿਤੇ ਨਾ ਕਿਤੇ ਹੁਣ ਤੱਕ ਦੀ ਜਿਹੜੀ ਇਨਫੋਰਮੇਸ਼ਨ ਸਾਡੇ ਸੋਰਸਿਸ ਦੇ ਰਹੇ ਨੇ ਕਿ ਲਾਰੈਂਸ ਬਿਸ਼ਨੋਈ ਦੇ ਨਾਲ ਵੀ ਜਿਹੜਾ ਹੈ ਇਹ ਕੰਮ ਕਰਦੇ ਸੀਗੇ, ਕਿ ਕਿੱਥੇ ਬਲੈਰੋ ਗੱਡੀ ਜਿਹੜੀ ਹੈ ਰਾਜਸਥਾਨ ਤੋਂ ਫਤਿਹਬਾਦ ਆਂਦੀ ਹੈ, ਫਤਿਹਬਾਦ ਤੋਂ ਇਹ ਕੋਟਕਪੂਰਾ ਹਾਈਵੇ ਮਿਲਦੇ ਹੈ, ਕੋਟਕਪੂਰਾ ਹਾਈਵੇ ਤੇ ਕਰੋਲਾ ਗੱਡੀ ਦੇ ਨਾਲ ਮਿਲ ਕੇ
ਬਲੈਰੋ ਗੱਡੀ ਲੈ ਕੇ ਯਾਨੀ ਕਿ ਦੋ ਗੱਡੀਆਂ ਜਿਹੜੀ 'ਚ ਵਾਰਦਾਤ ਹੋਈ ਹੈ ਉਹ ਦੋਨੋਂ ਗੱਡੀਆਂ ਵਾਰਦਾਤ ਨੂੰ ਅੰਜਾਮ ਦਿੰਦੀ ਹੈ ਯਾਨੀ ਕਿ ਸਿੱਧੂ ਮੂਸੇਵਾਲੇ ਦਾ ਜਿਹੜਾ ਹੈਗਾ ਮਰਡਰ ਹੁੰਦਾ ਹੈ। ਤੇ ਹੁਣ ਇਹ ਨੈਕਸਸ ਕਿੱਥੇ ਘੁੰਮ ਰਿਹਾ ਹੈ? ਪਹਿਲਾਂ ਇਹ ਜਿਹੜੀ ਗੱਲ ਸਾਹਮਣੇ ਆ ਰਹੀ ਸੀ ਕਿ ਜੇਲ੍ਹਾਂ 'ਚ ਜਿਹੜੇ ਬੈਠੇ ਗੈਂਗਸਟਰ ਨੇ ਉਹ ਸਾਰੀ ਪਲੈਨਿੰਗ ਹੋਈ ਹੈ, ਲੇਕਿਨ ਹੁਣ ਜਿਹੜੀ ਕੜੀ ਦਰ ਕੜੀ ਸਾਰੀ ਚੀਜ਼ਾਂ ਖੁੱਲ ਰਹੀ ਹੈ। ਜਿਹੜਾ ਕੇਕੜੇ ਦਾ ਜ਼ਿਕਰ ਹੋਇਆ ਸੀਗਾ ਜਿਹਦੀ ਗ੍ਰਿਫਤਾਰੀ ਕੱਲ ਹੋਈ ਹੈ ਉਹ ਇੱਕ ਬਹੁਤ ਵੱਡੀ ਲੀਡ ਹੈ ਪੁਲਿਸ ਨੂੰ। ਗੌਰਵ, ਇਹਦੇ ਵਿੱਚ ਲੀਡ ਕੀ ਹੈ ਕਿ ਜਿਸ ਬੰਦੇ ਨੇ ਇਹ ਸਾਰੀ ਰੈਕੀ ਕੀਤੀ, ਜਿਸ ਬੰਦੇ ਨੇ ਸਾਬ ਸ਼ੂਟਰ ਜਿਹੜੇ ਹੈਗੇ ਜਿਹੜੇ ਵੇਟ ਕਰ ਰਹੇ ਸੀਗੇ ਕਿ ਸਿੱਧੂ ਆਪਣੇ ਘਰ ਤੋਂ ਕਦ ਨਿਕਲੇਗਾ, ਉਹਨੇ ਸਾਰੀ ਜਾਣਕਾਰੀ ਦਿੱਤੀ ਹੈ। ਇੱਕ ਬਹੁਤ ਵੱਡੀ ਲੀਡ ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਕੇਕੜੇ ਨੂੰ ਗ੍ਰਿਫਤਾਰ ਕੀਤਾ ਹੈ ਤੇ ਕੇਕੜੇ ਤੋਂ ਪੁੱਛਗਿੱਛ ਵਿੱਚ ਕਈ ਚੀਜ਼ਾਂ ਬਹੁਤ ਵੱਡੀ ਚੀਜ਼ਾਂ ਜਿਹੜੀ ਹੈ ਉਹ ਨਿਕਲ ਕਰ ਸਾਹਮਣੇ ਆਈ ਹੈ ਕਿ ਆਖਿਰ ਇਸ ਨੈਕਸਸ 'ਚ ਕੌਣ-ਕੌਣ ਸ਼ਾਮਿਲ ਹੈ। ਇਹ ਨੈਕਸਸ ਜਿਹੜਾ ਹੈਗਾ ਉਹ ਹਰਿਆਣਾ ਪੰਜਾਬ ਤੱਕ ਸੀਮਿਤ ਨਹੀਂ ਹੈ। ਇਹਦੇ ਜਿਹੜੇ ਤਾਰ ਹੈ ਉਹ ਪੁਣੇ ਤੱਕ ਜੁੜ ਰਹੇ ਨੇ, ਮੁੰਬਈ ਤੱਕ ਜੁੜ ਰਹੇ ਨੇ। ਇਹਦੇ ਤਾਰ ਉਹ ਕਿਉਂ ਜੁੜ ਰਹੇ ਨੇ? ਕਿਉਂਕਿ ਇਹ ਜਿਹੜਾ ਗੈਂਗਸਟਰਾਂ ਦਾ ਗੁੱਟ ਹੈ, ਇਹ ਜਿਹੜਾ ਵੀ ਅਰੁਣ ਗਾਵਲੀ ਦਾ ਨਾਂ ਸਾਹਮਣੇ ਆ ਰਿਹਾ ਹੈ, ਸੰਜੋਤ ਜਾਦਵ ਦਾ ਨਾਂ ਸਾਹਮਣੇ ਆ ਰਿਹਾ ਹੈ, ਹੋਰ ਜਿਹੜਾ ਫੌਜੀ ਦਾ ਨਾਂ ਸਾਹਮਣੇ ਆ ਰਿਹਾ ਹੈ, ਰੂਪਾ ਦਾ ਨਾਂ ਸਾਹਮਣੇ ਆ ਰਿਹਾ, ਜਿਹੜਾ ਤਰਨ ਤਾਰਨ ਦਾ ਰਹਿਣ ਵਾਲਾ ਜਗਰੂਪ ਦੀ ਅਸੀਂ ਗੱਲ ਕਰ ਲਈਏ ਉਹਦਾ ਨਾਂ ਸਾਹਮਣੇ ਆ ਰਿਹਾ ਹੈ, ਹੋਰ ਕੇਕੜੇ ਨੂੰ ਗ੍ਰਿਫਤਾਰ ਕੀਤਾ ਹੈ। ਇਹ ਸਾਰੀ ਜਿਹੜੀ ਰਣਨੀਤੀ ਤਿਆਰ ਕਰਨ ਤੋਂ ਬਾਅਦ ਇੱਕ ਪੂਰੀ ਪਲੈਨਿੰਗ ਜਿਹੜੀ ਹੈ ਉਹ ਕਰਨ ਤੋਂ ਬਾਅਦ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ, ਕਿਉਂਕਿ ਇਹ ਸੰਤੋਸ਼ ਜਾਦਵ ਜਿਹੜਾ ਨਾਂ ਸਾਹਮਣੇ ਆ ਰਿਹਾ ਕਿ ਸਪੈਸ਼ਲੀ ਜਿਹੜੇ ਪੁਲਿਸ ਸੋਰਸ ਹੀ ਦੱਸ ਰਹੇ ਨੇ ਕਿ ਸਪੈਸ਼ਲੀ ਉਹਨੂੰ ਬੁਲਾਇਆ ਗਿਆ, ਉਹਨੂੰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਉਹਨੂੰ ਬੁਲਾਇਆ ਗਿਆ। ਸਪੈਸ਼ਲ ਸ਼ਾਰਪ ਸ਼ੂਟਰ ਇੱਥੇ ਪਹੁੰਚੇ ਸੀ, ਵੱਖ-ਵੱਖ ਸਟੇਟ ਤੋਂ ਪਹੁੰਚੇ ਸੀ। ਪੰਜਾਬ ਤੋਂ ਜਿਹੜੇ ਦੱਸੇ ਜਾ ਰਹੇ ਨੇ 2, ਇੱਕ ਰਾਜਸਥਾਨ ਤੋਂ ਦੱਸਿਆ ਜਾ ਰਿਹਾ ਹੈ, ਹਰਿਆਣਾ ਤੋਂ 2 ਦੱਸੇ ਜਾ ਰਹੇ ਨੇ ਤੇ ਪੁਣੇ ਤੋਂ 2 ਦੱਸੇ ਜਾ ਰਹੇ ਨੇ, ਜਿਹਦੇ ਵਿੱਚ ਸੰਤੋਸ਼ ਯਾਦਵ ਦਾ ਵੀ ਨਾਂ ਸਾਹਮਣੇ ਆ ਰਿਹਾ ਹੈ। ਹਾਲਾਂਕਿ ਹੁਣ ਪੁਣੇ ਦੀ ਜਿਹੜੀ ਪੁਲਿਸ ਹੈ, ਜਿਹੜੇ ਕਮਿਸ਼ਨਰ ਨੇ ਉੱਥੇ, ਉਹ ਵੀ ਲਗਾਤਾਰ ਹੁਣ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਦੇ ਨਜ਼ਰ ਆ ਰਹੇ ਨੇ, ਕਿਉਂਕਿ ਪੰਜਾਬ ਦੇ ਨਾਲ ਨਾਲ ਦਿੱਲੀ ਦੀ ਵੀ ਟੀਮ ਜਿਹੜੀ ਹੈ, ਹਰਿਆਣਾ ਦੀ ਜਿਹੜੀ ਪੁਲਿਸ ਟੀਮ ਹੈ ਉਹ ਵੀ ਪੁਣੇ ਪਹੁੰਚੀ ਹੋਈ ਹੈ। ਰੇਡਾਂ ਜਿਹੜੀਆਂ ਉਹ ਲਗਾਤਾਰ ਕੀਤੀ ਜਾ ਰਹੀ ਹੈ, ਲੇਕਿਨ ਹਜੇ ਤੱਕ ਜਿਹੜੇ ਮੇਨ ਹਮਲਾਵਰ ਨੇ ਉਹ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੋਈ ਹੈ। ਲੇਕਿਨ ਹੁਣ ਅਰੁਣ ਗਾਵਲੀ ਦਾ ਵਿੱਚ ਇਨਵੋਲਵਮੈਂਟ ਵਿੱਚ ਨਾ ਸਾਹਮਣੇ ਆਣਾ ਇੱਕ ਬਹੁਤ ਵੱਡੀ ਗੱਲ ਹੈ ਕਿ ਇਹਦਾ ਮਤਲਬ ਬਹੁਤ ਵੱਡੇ ਲੈਵਲ ਤੇ, ਬਹੁਤ ਹੀ ਵੱਡੇ ਲੈਵਲ ਤੇ ਪਲੈਨਿੰਗ ਚੱਲ ਰਹੀ ਸੀ, ਸਿੱਧੂ ਮੂਸੇਵਾਲੇ ਦੇ ਕਤਲ ਦੀ ਪਲੈਨਿੰਗ ਚੱਲ ਰਹੀ ਸੀ। ਤੇ ਕਿਸ ਤਰ੍ਹਾਂ ਇਹ ਵਾਰਦਾਤ ਨੂੰ ਅੰਜਾਮ ਦਿੱਤਾ, ਅਸੀਂ ਲਗਾਤਾਰ ਗਰਾਊਂਡ ਜ਼ੀਰੋ ਤੇ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ ਸਮਝਾਉਣ ਦੀ ਕਿ ਟੈਕਨੀਕਲੀ ਕਿਸ ਤਰ੍ਹਾਂ ਦਾ ਵਾਰਦਾਤ ਨੂੰ ਅੰਜਾਮ ਦਿੱਤਾ। ਹੋਰ ਜਾਣਕਾਰੀ ਲਵਾਂਗੇ ਤੁਹਾਡੇ ਤੋਂ ਅੱਗੇ, ਜਿਸ ਤਰੀਕੇ ਨਾਲ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਔਰ ਵੱਡੇ ਨਾਮ ਸਾਹਮਣੇ ਆ ਰਹੇ ਨੇ। ਪਰ ਇਸ ਸਭ ਦੇ ਵਿਚਾਲੇ ਅਸੀਂ ਰੁਕ ਕਰਦੇ ਹਾਂ। ਮਾਲਵਿੰਦਰ ਕਾਂਗੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਚੀਫ ਸਪੋਕਸਪਰਸਨ ਨੇ, ਪ੍ਰੈਸ ਕਾਨਫਰੰਸ ਕਰ ਰਹੇ ਨੇ। ਲਾਅ ਕਾਨੂੰਨ ਦੇ ਆਧਾਰ ਤੇ ਉਹਨਾਂ ਨੂੰ ਬਿਲਕੁਲ ਸਜ਼ਾ ਮਿਲੂਗੀ। ਜਿਹੜੇ ਜਿੰਨੇ ਮਰਜ਼ੀ ਅੱਜ ਇਹ ਕਾਂਗਰਸੀ ਰੌਲਾ ਪਾ ਰਹੇ ਨਾ ਬਦਲੇ ਦੀ ਭਾਵਨਾ, ਇਹ ਆਪਣੀ ਅੰਤਰਾਤਮਾ ਨਾਲ ਦੱਸ ਦੇਣ। ਇਹ ਆਪਣੇ ਅੰਦਰੋਂ ਆਪਣੇ ਬੱਚਿਆਂ ਵੱਲ ਝਾਤੀ ਮਾਰ ਕੇ ਤੇ ਦੱਸਣ ਕਿ ਨਹੀਂ ਹੋਈ ਟੁੱਟ ਸੁੱਟ ਪਿਛਲੇ ਸਾਲਾਂ 'ਚ ਪੰਜਾਬ ਦੀ। ਪੰਜਾਬ ਦਾ ਸਰਮਾਇਆ ਰੇਤਾ ਦੇ ਰੂਪ, ਟਰਾਂਸਪੋਰਟ ਦੇ ਰੂਪ 'ਚ, ਜੰਗਲਾਤ ਦੇ ਰੂਪ 'ਚ, ਇਨਵਾਇਰਨਮੈਂਟ ਸਭ ਤੋਂ ਵੱਧ ਕ੍ਰਾਈਸਿਸ ਫੇਸ ਕਰ ਰਹੇ ਆ। ਪਾਣੀ ਦੇ ਜਿਸ ਤਰੀਕੇ ਨਾਲ ਸਾਨੂੰ ਕ੍ਰਾਈਸਿਸ ਪੰਜਾਬ ਦੇ ਆਉਣ ਵਾਲੇ ਟਾਈਮ ਲਈ, ਸੋ ਇਹ ਸਾਰੀਆਂ ਚੀਜ਼ਾਂ ਦੀ ਜਿਹੜੇ ਜ਼ਿੰਮੇਵਾਰ ਹੈ ਬਿਲਕੁਲ ਬਖਸ਼ਿਆ ਨਹੀਂ ਜਾਊਗਾ। ਔਰ ਮਾਨ ਸਾਹਿਬ ਦੀ ਸਰਕਾਰ ਦੇ ਇਸ ਐਕਸ਼ਨ ਦਾ ਆਮ ਆਦਮੀ ਪਾਰਟੀ ਸਵਾਗਤ ਵੀ ਕਰਦੀ ਆ ਔਰ ਆਉਣ ਵਾਲੇ ਟਾਈਮ ਲਈ ਵੀ ਪੰਜਾਬ ਦੇ ਲੋਕਾਂ ਨੂੰ ਇਹ ਵਾਅਦਾ ਕਰਦੀ ਆ, ਜਿਸ ਉਮੀਦਾਂ ਨਾਲ ਤੁਸੀਂ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣਾਇਆ ਆਮ ਆਦਮੀ ਪਾਰਟੀ ਨੂੰ, ਉਹ ਸਾਰੇ ਵਾਅਦੇ ਵੀ ਪੂਰੇ ਹੋਣਗੇ ਔਰ ਕਰਪਟ ਨਿਜ਼ਾਮ ਜਿਹੜਾ ਇਹਨਾਂ ਲੋਕਾਂ ਨੇ ਪੈਦਾ ਕੀਤਾ ਸੀ ਉਹਦੀ ਬਿਲਕੁਲ ਜਿਹੜਾ ਜੜ੍ਹਾਂ ਤੋਂ ਖਤਮ ਹੋਊਗਾ। ਸੋ ਅੱਜ ਦਾ ਇਹ ਵਿਸ਼ਾ ਸੀ। ਤੁਹਾਡੀ ਕੋਈ ਸਵਾਲ ਹੋਵੇ ਤੇ ਕਰ ਸਕਦੇ। ਟਵੀਟ ਆਉਂਦਾ ਹੈ ਕਿ ਪਤਾ ਕੋਈ ਰਣਨੀਤੀ ਅਤੇ ਬੇਰੁਜ਼ਗਾਰੀ ਦੇ ਮੁੱਦਿਆਂ ਤੋਂ ਲੋਕਾਂ ਦਾ ਮਨ ਭਟਕਾਉਣ ਦੇ ਲਈ ਜਿਹੜਾ ਇਹ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ। ਕਿਹੜੇ ਮੁੱਦਿਆਂ ਤੋਂ ਭਟਕਾਉਣ ਲਈ? ਬੇਰੁਜ਼ਗਾਰੀ ਤੇ ਬੇਰੁਜ਼ਗਾਰ ਕਿੰਨੇ ਪੈਦਾ ਕੀਤੇ? ਦੇਖੋ 3 ਮਹੀਨੇ ਪੂਰੇ ਨਹੀਂ ਹੋਏ, ਮਾਨ ਸਾਹਿਬ ਦੀ ਸਰਕਾਰ ਨੇ ਇਲੀਗਲ ਖੱਡਾਂ ਬੰਦ ਕੀਤੀਆਂ ਜਿਨ੍ਹਾਂ ਤੋਂ ਇਹਨਾਂ ਦੇ ਵੱਡੇ ਵੱਡੇ ਇੰਪਾਇਰ ਖੜੇ ਹੋਏ ਸੀ। ਸਰਕਾਰੀ ਜ਼ਮੀਨਾਂ ਜਿਹੜੀਆਂ ਦੱਬੀਆਂ ਸੀ, ਪੀੜ੍ਹੀ ਦਰ ਪੀੜ੍ਹੀ ਰਸੂਖਦਾਰਾਂ ਨੇ ਉਹਨਾਂ ਤੋਂ ਛੁਡਵਾਉਣ ਦਾ ਕੰਮ ਸ਼ੁਰੂ ਹੋਇਆ। ਨਾਲ ਨਾਲ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੀ ਜਿਹੜੀ ਸ਼ੁਰੂਆਤ ਹੈ ਉਹ ਵੀ ਹੋ ਗਈ। ਇਹਨਾਂ ਲੋਕਾਂ ਨੇ ਤੇ ਨੌਕਰੀਆਂ ਵੀ ਜੇ ਦਿੱਤੀਆਂ ਤੇ ਆਪਣੇ ਲੀਡਰਾਂ ਦੇ ਬੱਚਿਆਂ ਨੂੰ ਦਿੱਤੀਆਂ, ਪਰਿਵਾਰਾਂ ਨੂੰ ਦਿੱਤੀਆਂ। ਪੰਜਾਬ ਦੀ ਨੌਜਵਾਨੀ ਦਾ ਜਿਹੜਾ ਪਲਾਇਨ ਪਿਛਲੇ ਦਿਨਾਂ 'ਚ ਹੋਇਆ, ਉਹਦੇ ਚਾਹੇ ਕਾਂਗਰਸ ਦੀ ਸਰਕਾਰ ਰਹੀ ਹੈ, ਚਾਹੇ ਅਕਾਲੀ ਦਲ ਬੀਜੇਪੀ ਦੀ ਰਹੀ ਆ, ਤੇ ਰਾਜਾ ਵੜਿੰਗ ਜੀ ਆਤਮ ਪੜਚੋਲ ਕਰਨ ਔਰ ਇਸ ਗੱਲ ਦਾ ਸਮਰਥਨ ਕਰਨ ਕਿ ਵਾਕਈ ਮਾਨ ਸਾਹਿਬ ਦੀ ਸਰਕਾਰ ਨੇ ਪੰਜਾਬ ਹਿਤੈਸ਼ੀ ਹਿੰਮਤ ਨਾਲ ਡੇਰਿੰਗ ਇਹ ਫੈਸਲਾ ਲਿਆ, ਜਿਹੜਾ ਕਿ ਆਉਣ ਵਾਲੇ ਟਾਈਮ 'ਚ ਵੀ ਦੂਜਿਆਂ ਵਾਸਤੇ ਵੀ ਬਹੁਤ ਵੱਡਾ ਜਿਹੜਾ ਐਗਜ਼ਾਮਪਲ ਸਾਬਿਤ ਹੋਊਗਾ। ਸਰ, ਇੱਕ ਮੰਤਰੀ ਦੇ ਖਿਲਾਫ ਜਿਹੜਾ ਐਕਸ਼ਨ ਲੈ ਲਿਆ ਗਿਆ ਹੈ, ਪਹਿਲਾਂ ਕਾਫੀ ਘੁਟਾਲੇ ਹੋਏ ਹੈ। ਤੁਹਾਡਾ ਕਹਿਣਾ ਸੀਗਾ, ਸਰਕਾਰ ਦਾ ਕਹਿਣਾ ਸੀਗਾ ਕਿ ਜਿਹੜੇ ਪੁਰਾਣੀ ਫਾਈਲਾਂ ਸਾਰੀ ਜਾਂਚ ਕੀਤੀ ਜਾਊਗੀ। ਲਿਸਟ ਦੇ ਵਿੱਚ ਹੋਰ ਵੀ ਪੁਰਾਣੇ ਸਾਬਕਾ ਮੰਤਰੀ ਹੈ ਜਿਨ੍ਹਾਂ ਦਾ ਐਕਸ਼ਨ ਲਿਆ ਜਾਊਗਾ, ਸਭ ਫੜੇ ਜਾਣਗੇ। ਪੰਜਾਬੀ ਗਾਣਾ ਨਾ, ਲੇਕਿਨ ਅਕੋਰਡਿੰਗ ਟੂ ਲਾਅ
विद डॉक्यूमेंट्री प्रूफ अकॉर्डिंग टू CRPC जो प्रोसीजर ऑफ लॉ है। बदले की भावना ना किसी ते कार्रवाई नहीं होगी, लेकिन ये साडी कमिटमेंट है, पंजाब के लोगों का मान साहब की कमिटमेंट है और पंजाब के लोगों ने भी मान साहब ते इस करके भरोसा जताया आम आदमी पार्टी ते कि इस करप्ट लोगों तो जेडे पीढ़ी दर पीढ़ी पहला पंजाब ते राज भी करते रहे ते पंजाब की लुट सुट भी करते रहे, उन्होंने तो निजात मिलूगी और इन्होंने सजा भी मिलूगी, बख्शिया नहीं जाऊगा। ये तो पर्दे पा देंगे सी। कैप्टन साहब ने भी बड़ियां इनकुआरियां करा के हुण 15 दिन बाद एक बयान दे देंगे आ, मेरे को सबूत पे, मेरे को लिस्टां पईयां। ये सैटिंग कर रहे हजे भी सैटिंग, ये सैटिंग आम आदमी पार्टी और मान साहब की सरकार रानी जो करतूतां इन्हां दीयां रहीआं आ, ਜਿਹੜੇ कारनामे अगेंस्ट दा लॉ जाके वायलेशन ऑफ गाइडलाइन हुई है या करप्शन हुई है, भ्रष्टाचार होया, अपने रसूख का अपने पोस्ट का गलत इस्तेमाल होया तो पंजाब की वो कोई नहीं बख्शिया जाऊगा। वारी सारिਆਂ ਦੀ आऊगी ਜਿਹੜੇ लुट सुट देखो ये बड़ी मतलब पंजाब और सारा देश समझता है कि अज देश च करप्ट ते भ्रष्ट लोगों की नवी पनाहगार बन गई, वो भारतीय जनता पार्टी बन गई है। जिड्डा मर्जी वड्डा पाप कर लो तो कहते साडे वाल आ जाओ तो असीं तुहानूं बचा लांगे। ये बीजेपी का जिहड़ा दोहरा मापदंड है, किरदार है, वो भी लोगों के सामने आपां देखिया। वैस्ट बंगाल पहला एक लीडर के खिलाफ CBI इनकुआरी इन्फोर्समेंट डायरैक्टरेट जाता, फिर उन्होंने बीजेपी शामिल कर लिया जाता, फिर वो बीजेपी च MP बन के फिर बीजेपी नूं फिर छड्ड दिंदा तो इनकुआरी फिर खुल जाती। सो बीजेपी का जिहड़ा दोहरा मापदंड है ये भी सामने है। ये जिथे मर्जी पनाह लै लैण, बख्शिया कोई नहीं जाऊगा। ये कोई तरीका नहीं गा। अकॉर्डिंग टू लॉ सारे ते कार्रवाई होगी कानून के आधार पर, और थोड़ा मैनूं लगदा टाइम भी लगूगा। बख्शना नहीं गा। सैटिंग नहीं हो पानी, सैटिंग बीजेपी च कर लैण, कांग्रेस कर लैण, कैप्टन ना कर लैण, लेकिन पंजाब के लोग और सारा सरकार देख रही है ਜਿਹੜੇ गुनाहगार है आने वाले टाइम बिहाइंड द बार जाएंगे। ਤਾਂ ਸਾਬਕਾ ਮੰਤਰੀਆਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ ਤੇ ਸਭ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਉੱਤੇ ਵਿਰੋਧੀ ਇਲਜ਼ਾਮ ਲਗਾ ਰਹੇ ਨੇ ਕਿ ਬਦਲਾਖੋਰੀ ਦੀ ਸਿਆਸਤ ਕਰ ਰਹੀ ਹੈ। ਬਦਲਾਖੋਰੀ ਦੀ ਭਾਵਨਾ ਦੇ ਨਾਲ ਇਹ ਪਰਚਾ ਦਰਜ ਕੀਤਾ ਗਿਆ ਹੈ। ਜੋ ਅਰੈਸਟ ਸਾਧੂ ਸਿੰਘ ਧਰਮਸੋਤ ਨੂੰ ਕੀਤਾ ਗਿਆ ਹੈ ਉਹ ਬਦਲਾਖੋਰੀ ਦੀ ਸਿਆਸਤ ਹੈ। ਆਮ ਆਦਮੀ ਪਾਰਟੀ ਦੇ ਉੱਤੇ ਖਾਸ ਤੌਰ ਤੇ ਕਾਂਗਰਸ ਵਿਰੋਧੀ ਇਲਜ਼ਾਮ ਲਗਾ ਰਹੇ ਨੇ। ਤਾਂ ਤੁਹਾਨੂੰ ਦੱਸ ਦਈਏ ਕਿ ਸਾਬਕਾ ਮੰਤਰੀਆਂ ਦੇ ਉੱਤੇ ਸ਼ਿਕੰਜਾ ਕੱਸਿਆ ਗਿਆ। ਸਾਧੂ ਸਿੰਘ ਧਰਮਸੋਤ ਸਾਬਕਾ ਜੰਗਲਾਤ ਮੰਤਰੀ ਨੇ ਔਰ ਸੰਗਤ ਸਿੰਘ ਗਿੱਲ ਜੀਆਂ ਇਹਨਾਂ ਦੇ ਉੱਤੇ FIR ਦਰਜ ਕੀਤੀ ਗਈ ਹੈ ਤੇ ਅਮਲੋਹ ਤੋਂ ਤਾਂ जो रिहाइश भी अमलोह दे विच साधू सिंह धर्मसोत दी, उत्थों साधू सिंह धर्मसोत नूं सवेरे तड़के 3 बजे गिरफ्तार कर लिया गया। उस दे नाल गुरअमनप्रीत सिंह जिहड़ा DFO ने वन मंडल अफसर ने मोहाली दे उहनां दे उत्ते भी शिकंजा कसिया गया। इस दे नाल ही अमित चौहान जंगलात ऑफिसर ने फॉरेस्ट ऑफिसर ने उहनां दे उत्ते भी शिकंजा कसिया गया है। ਤਾਂ ਦਿਨ ਦੀ ਵੱਡੀ ਖਬਰ ਹੈ ਕਿ ਸਾਧੂ ਸਿੰਘ ਧਰਮਸੋਤ ਸਾਬਕਾ ਮੰਤਰੀ ਨੇ ਕਰੀਬ 4-5-6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਮੰਤਰੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਸੀ। ਕੁਰਸੀ ਜਾ ਚੁੱਕੀ ਹੈ, ਵਿਧਾਇਕੀ ਜਾ ਚੁੱਕੀ ਹੈ ਤੇ ਹੁਣ ਸਲਾਖਾਂ ਦੇ ਪਿੱਛੇ ਪਹੁੰਚ ਚੁੱਕੇ ਨੇ ਸਾਧੂ ਸਿੰਘ ਧਰਮਸੋਤ। ਪਰ ਇਸ ਸਭ ਦੇ ਵਿਚਾਲੇ ਅਸੀਂ ਵੱਡੀ ਖਬਰ ਦਾ ਇੱਕ ਵਾਰ ਫਿਰ ਤੋਂ ਰੁਕ ਕਰਦੇ ਹਾਂ। ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਹੋਈ ਮੂਸੇਵਾਲਾ ਕਤਲकांड ਦੇ ਵਿੱਚ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ। हालांकि पुलिस अजे तक शार्प शूटरां तक पहुंचण च कामयाब नहीं हुई है। 8 शार्प शूटरां दे नाम जरूर पुलिस दे वल्लों जनतक तस्वीरां दे नाल कर दित्ते गए, पर 9वें दिन भी इंसाफ बाकी है क्योंकि सिद्धू मूसेवाला दे समर्थक, सिद्धू मूसेवाला दे जानकार, सिद्धू मूसेवाला नूं चाहण वाले ये चाहुंदे ने कि इस पूरे मामले दे विच जल्द एक्शन होवे, सिद्धू मूसेवाला दे कातल सलाखां दे पिछे होण, उन्हां नूं सज़ा दित्ती जावे। और वड्डी खबर इस समय है क्योंकि ये पूरा मामला बहुत पेचीदा पुलिस दे लई भी हुंदा नजर आ रहा है। 8 शार्प शूटर्स का जिक्र हो रहा, मतलब यह कि 8 लोगों के वालों इस पूरी घटना को अंजाम दिता गया। 8 कातल सी जिन्होंने इस पूरी घटना को अंजाम दिता, उस तो बाद उत्थों फरार होंदे ने। करीब 9 दिन हो चले ने ते शार्प शूटर काबू नहीं आए पुलिस दे। और वड्डी खबर यह है कि हुण पूरा मामला जिहड़ा मुंबई दे नाल भी जुड़दा होया नजर आ रहा। महाराष्ट्र की जेल दे विच बंद है अरुण गवली दे नाल पूरा मामला जुड़दा होया नजर आ रहा। संतोष जाधव अरुण गवली दा जिहड़ा गुरगांव दस्सिया जा रहा है।
क्योंकि संतोष यादव का नाम जो मैं पहला जिक्र कर रहा कि संतोष यादव का नाम आया 8 शार्प शूटर्स दे विच जिहड़े 8 शार्प शूटर्स ने उन्हां दे विचों एक संतोष यादव भी है। तस्वीर तुहानूं दिखा रहे हैं असीं एक एक करके सारे शूटर्स अगे भी तुहानूं दिखावांगे, पर फिलहाल वो शार्प शूटर जो मुंबई तो आया, जो महाराष्ट्र तो आया पंजाब इस घटना नूं अंजाम देण दे लई। और अरुण गवली गैंग का यह दस्सिया जाता है। अरुण गवली खुद जेल दे विच बैठा है और एक नवा ट्रेंड है पूरे देश दे विच कि जेड़े एक गैंगस्टर ने ये जेलों दे विच बैठे ने उत्थों ही सब कुछ ऑपरेट कर रहे हैं, उन्हां दे गुरगे अगे सब कुछ ऑपरेट कर रहे हैं। कितना हैरान करने वाला मामला है कि जेलों दे विच डक दिता जाता है पर बावजूद इसके और इनफैक्ट जेलों दे विच बैठ के वो ज्यादा ऑपरेट कर रहे हैं। और ये जेलों दे विच बैठ के इस तरीके दी घटनावां नूं अंजाम देण वाली गल सिर्फ पंजाब तक सीमित नहीं, बल्कि पंजाब के गैंगस्टरां दे उत्ते इल्जाम लगदे ने, जेलों दे विच मोबाइल फोन मिलण दे इल्जाम लगदे ने। एक गैंगस्टर दिल्ली की जेल दे विच बंद है, एक गैंगस्टर मुंबई की जेल दे विच बंद है, पर तस्वीर खबरां इल्जाम सब कुछ सेम है कि जेल च बैठ के ऑपरेट, जेल च बैठ के आदेश अपने गुरगियां नूं, जेल दे विच बैठ के साजिश घड़ी गई, जेल दे विच बैठ के कतल की वारदात तो अंजाम दवाया गया। लॉरेंस बिश्नोई दे उत्ते वो चाहे फिर जग्गू भगवानपुरी ते इल्जाम लगदे होण, वो चाहे फिर अरुण गवली दे उत्ते इल्जाम लगदे होण। मैं रुक करदा एक बार फिर तो साडे सहयोगी साडे नाल ने लगातार मनोज राठी इस खबर दे उत्ते ਅਸੀਂ कोशिश कर रहे हैं, इनफैक्ट मनोज लगातार इस जिक्र और कोशिश कर रहे हैं कि इस पूरे मामले दे विच बिल्कुल बारीकी दे नाल जो जांच अगे वध रही है उसके कुछ तथ्य ਅਸੀਂ अपने दर्शकों तक रख सके। साडी ये भी जिम्मेवारी है कि ਜਿਹੜੇ जनतक चीज़ां नहीं होणीਆਂ ਚਾਹੀਦੀਆਂ जो इन्वेस्टिगेशन ਨੂੰ प्रभावित करदियां होण, अजिहियां चीज़ां साडी भी जिम्मेवारी है कि ਅਸੀਂ जनतक ना करिए। इस करके साडी कोशिश हुंदी है कि ਜਿਹੜੀਆਂ चीज़ां ਅਸੀਂ ਤੁਹਾਡੇ सामने रख रहे हैं उस दे नाल कोई जांच प्रभावित ना होवे, ਉਹੀ तथ्य ਅਸੀਂ अपने दर्शकों तक पहुंचाइए। पर दर्शकों तक पहुंचना जरूरी है कि आखिर सिद्धू मूसेवाला कतल कांड दे विच पुलिस की जांच किहड़ी दिशा च वध रही है, जांच कित्थे तक पहुंची है, किस किस दे तक पहुंची है। तो ये जांच राजस्थान जा रही है, ये जांच दिल्ली जा रही है, हरियाणा जा रही है, पंजाब दे विच वख-वख थावां दे उत्ते जा रही है, और ये जांच दी एक सूई महाराष्ट्र जा रही है, मुंबई दे विच जा रही है, अरुण गवली तक जा रही है। मैं रुक करदा मनोज राठी दा। मनोज, बहुत पेचीदा मामला हुण नजर आ रहा है और शार्प शूटर्स दी तस्वीरां बेशक जनतक कर दित्तियां गईयां, पर शार्प शूटर शिकंजे चों बाहर ने। शार्प शूटरां दी तस्वीरां ते नाम हैगे ने पर शिकंजे चों बाहर ने। समझाओ दर्शकों को कि लॉरेंस बिश्नोई, सचिन बिश्नोई, गोल्डी बराड़ ते उस तो बाद हुण एक नवां नाम अरुण गवली, एक की कुछ पूरा नैक्सस। देखो गौरव, जिदा तुसी पहला कहा कि यह नैक्सस चल किदां रहा है। लॉरेंस बिश्नोई की असीं गल कर लीए, लॉरेंस बिश्नोई तिहाड़ जेल च बह के, इस तो पहला जयपुर जेल च सीगा, उत्थे बह के अपना नैक्सस चला रहा है। रंगदारी, किसी नूं जान तो मारना है, किसी का मर्डर करना है, किसी नूं डराना है, ये कई चीज़ां जिहड़े है बाहर बैठे उन्हां दे जिहड़े गुरगे ने, एक्टिव मैंबर ने, वो काम कर रहे हैं। तो हुण ना जिहड़ा आ रहा है वो आ रहा है अरुण गवली का, ਉਹਦਾ ਨਾਂ ਜਿਹੜਾ ਸਾਹਮਣੇ ਆ ਰਿਹਾ ਹੈ ਉਹਦੇ ਵਿੱਚ ਵੀ ਹੁਣ ਕਿਤੇ ਨਾ ਕਿਤੇ ਇਨਵੋਲਵਮੈਂਟ ਜ਼ਰੂਰ ਆ ਰਹੀ ਹੈ, ਕਿਉਂਕਿ ਸੰਤੋष यादव ਜਿਹਦਾ ਨਾਂ ਬਾਰ-ਬਾਰ ਆ ਰਿਹਾ ਜਿਹੜਾ ਸ਼ਾਰਪ ਸ਼ੂਟਰ ਹੈ। ਹੁਣ ਦੇਖੋ ਇਹ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਅਸੀਂ ਕਈ ਤੱਥਾਂ ਜਿਹੜੇ ਹੈਗੇ ਤੱਥੇ ਉਹ ਨਹੀਂ ਰੱਖ ਸਕਦੇ, ਕਿਉਂਕਿ ਉਹ ਜਿੱਦਾਂ ਤੁਸੀਂ ਵੀ ਪਹਿਲਾਂ ਕਿਹਾ ਕਿ ਜਾਂਚ ਪ੍ਰਭਾਵਿਤ ਕਰਦੇ, ਕਿਉਂਕਿ ਪੁਲਿਸ ਹੁਣ ਬਹੁਤ ਨੇੜੇ ਹੈ। ਜਿਹੜੇ ਪੁਲਿਸ ਅਫਸਰ ਸਾਨੂੰ ਦੱਸ ਰਹੇ ਨੇ ਕਿ ਬਹੁਤ ਨੇੜੇ ਹੈ ਜਿਹੜੇ ਹਮਲਾਵਰ ਨੇ, कि कई लीड जी है पुलिस को मिल रही है, कई रेडा जी चल रही है पंजाब च, हरियाणा, राजस्थान। हुण जी 2 टीमां है वो उत्थे महाराज भी पहुंच चुकी ने। अरुण गवली जिहड़ा हैगा एक बहुत बड़े लैवल का गैंगस्टर है, जेलों च बह के किस तरह नैक्सस चला रहे हैं। संतोष यादव जिहड़ा हैगा उन्हां दा एक्टिव मैंबर है, गुरगा है संतोष यादव। प्रोटेक्शन मनी, रंगदारी, किसी नूं धमकी देना होवे या किसी नाल फोन ते गल करके, व्हाट्सएप कॉल करके किसी नूं डराना होवे, ये इन्हां दा काम है जिहड़ा पैसे भी मंगदे हैं या रंगदारी जिहड़ी है वो मंगदे बड़े बड़े बिजनेसमैन तो। हुण जिहड़ी ये सिद्धू मूसेवाले दा कतल होया, इस ए मर्डर हाई प्रोफाइल है, बड़ा सेंसिटिव इशू हो चुका है, बड़ा पेचीदा इशू हो चुका है, क्योंकि हुण पुलिस कई लोगों को इहदे विच गिरफ्तार कर चुकी है ते कई लोगों को हिरासत च लैके पुछगिछ सामने आ रही है। इहदे विच निकल कर की आ रहा है ये तुहानूं थोड़ा जिहा टैक्नीकली समझा दिए, क्योंकि जिहड़ा मोबाइल डंप डाटा या होर जिहड़ी गड्डियां रिकवर हुई है, किहदे कहण ते गड्डियां प्रोवाइड की गई, जिहड़ा बाऊ गिरफ्तार किया उत्तराखंड तो, उत्तराखंड पुलिस ने पंजाब पुलिस के जॉइंट ऑपरेशन नाल, उस तो बाद केकड़े की गिरफ्तारी हुई, उस तो बाद फतेहबाद तो जिहड़े नौजवान चुके सी उन्होंने हिरासत च कई चीज़ां सामने आई। उस तो बाद जिहड़ी कल CCTV आई सी कि फैन फॉलोवर्स उहदे घर दे बाहर खड़े हैं, उहदे नाल सैल्फी खिचा रहे, उहदे विच ही
ਜਿਹੜੇ ਰੈਕੀ ਕਰਨ ਵਾਲੇ ਸੀਗੇ, ਜਿਹੜੇ ਹਮਲਾਵਰ ਨੂੰ 2-2 ਮਿੰਟ ਬਾਅਦ ਫੋਨ ਕਰਕੇ ਉਹਨਾਂ ਨੂੰ ਦੱਸ ਰਹੇ ਸੀਗੇ ਕਿ ਹੁਣ ਸਿੱਧੂ ਜਿਹੜਾ ਹੈ ਉਹ ਨਿਕਲ ਰਿਹਾ ਹੈ, ਉਹਦੇ ਕੋਲ ਗੱਡੀ ਹੈਗੀ, ਕਿਹੜੀ ਗੱਡੀ ਹੈ, PB 65 ਨੰਬਰ ਥਾਰ ਗੱਡੀ ਹੈ ਬਲੈਕ ਕਲਰ ਦੀ, ਤੇ ਬੁਲਟ ਪ੍ਰੂਫ ਗੱਡੀ ਨਹੀਂ ਹੈ, ਉਹਦੇ ਨਾਲ ਸਿਕਿਉਰਿਟੀ ਗਾਰਡਸ ਨਹੀਂ ਹੈ, ਉਹ ਸਾਰੀ ਚੀਜ਼ਾਂ ਦੀ ਇਨਫੋਰਮੇਸ਼ਨ ਦੇ ਰਹੇ ਸੀ। ਉੱਥੇ ਹੀ ਮਾਹੌਲ ਬਣਾ ਕੇ, ਉੱਥੇ ਹੀ ਫੈਨ ਬਣ ਕੇ, ਫੈਨ ਫਾਲੋਅਰਸ ਬਣ ਕੇ, ਕਿਉਂਕਿ ਇਹ ਰੂਟੀਨ ਹੈ ਗੌਰਵ, ਇਹ ਰੂਟੀਨ ਹੈ ਕਿ ਸਿੱਧੂ ਮੂਸੇਵਾਲੇ ਦੇ ਘਰ ਦੇ ਬਾਹਰ ਅਨੁਮਮ ਦੇਖਿਆ ਗਿਆ ਹੈ ਕਿ ਜਿਹੜੇ ਫੈਨ ਫਾਲੋਅਰਸ ਨੇ ਦੂਰ ਦੂਰ ਤੋਂ ਆ ਕੇ ਉਹਨਾਂ ਦੇ ਘਰ ਦੇ ਬਾਹਰ ਖੜੇ ਰਹਿੰਦੇ ਨੇ, ਉਹਨਾਂ ਨੂੰ ਮਿਲਣ ਵਾਸਤੇ, ਸੈਲਫੀ ਖਿਚਾਉਣ ਵਾਸਤੇ। ਇਹੀ ਹੋਇਆ ਉਸ ਦਿਨ ਵੀ, ਇਹੀ ਹੋਇਆ 29 ਦੀ ਸ਼ਾਮ ਨੂੰ ਜਿਹੜੀ CCTV ਆਈ ਹੈ ਉਹਦੇ ਵਿੱਚ ਵੀ ਇਹੀ ਸਾਹਮਣੇ ਆਈ ਕਿ ਜਿਹੜੇ ਰੈਕੀ ਕਰਨ ਵਾਲੇ ਸੀਗੇ ਉਹਦੇ ਵਿੱਚ ਕੈਂਕੜਾ ਵੀ ਸ਼ਾਮਿਲ ਸੀਗਾ, ਤੇ ਇਸ ਤਰ੍ਹਾਂ ਦੀ ਚੀਜ਼ਾਂ ਜਿਹੜੀਆਂ ਸਾਹਮਣੇ ਆਈ ਕਿ ਉਹਨੇ ਕਿਸ ਤਰ੍ਹਾਂ ਰੈਕੀ ਕੀਤੀ। ਹੁਣ ਜਿਹੜਾ ਸੰਤੋਸ਼ ਯਾਦਵ ਦਾ ਨਾਂ ਆ ਰਿਹਾ, ਕਿਉਂਕਿ ਹੁਣ ਪੁਲਿਸ ਇਨਫੋਰਮੇਸ਼ਨ ਜਿਹੜੀ ਇਨਵੈਸਟੀਗੇਸ਼ਨ 'ਚ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਸ਼ਾਰਪ ਸ਼ੂਟਰ ਆਏ ਸੀਗੇ 7 ਤੋਂ 8, ਉਹ ਵੱਖ-ਵੱਖ ਥਾਂ ਤੋਂ ਆਏ ਸੀਗੇ, ਹਰਿਆਣਾ ਤੋਂ ਵੀ ਸੀਗੇ, ਪੰਜਾਬ ਤੋਂ ਵੀ ਸੀਗੇ, ਰਾਜਸਥਾਨ ਤੋਂ ਵੀ ਸੀਗੇ, ਤੇ ਪੁਣੇ ਤੋਂ ਸੰਤੋਸ਼ ਯਾਦਵ ਦੀ ਜਿਹੜੀ ਗੱਲ ਆ ਰਹੀ ਹੈ ਉੱਥੋਂ ਵੀ ਸੀਗੇ। ਯਾਨੀ ਕਿ ਇਹਨਾਂ ਦੀ ਜਿਹੜੀ ਗੌਰਵ ਮੋਡਸ ਆਪਰੈਂਡੀ ਹੁੰਦੀ ਹੈ, ਅਸੀਂ ਜੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਗੈਂਗਸਟਰ ਹੁੰਦੇ ਉਹਨਾਂ ਦੀ ਮੋਡਸ ਆਪਰੈਂਡੀ ਕਿਸ ਤਰ੍ਹਾਂ ਦੀ ਹੁੰਦੀ ਹੈ ਕਿ ਜ਼ਿੰਮੇਵਾਰੀ ਹਰ ਇੱਕ ਦੂਜੇ ਨੂੰ ਇੱਕ ਬੰਦੇ ਨੂੰ ਦਿੱਤੀ ਜਾਂਦੀ ਨਹੀਂ, ਅਲੱਗ-ਅਲੱਗ ਬੰਦੇ ਨੂੰ ਦਿੱਤੀ ਜਾਂਦੀ ਜ਼ਿੰਮੇਵਾਰੀ। ਇੱਕ ਬੰਦੇ ਦੀ ਹੁੰਦੀ ਹੈ ਕਿ ਤੁਸੀਂ ਰੈਕੀ ਕਰਨੀ ਹੈ, ਦੂਜੇ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਲੌਜਿਸਟਿਕ ਚੀਜ਼ਾਂ ਪ੍ਰੋਵਾਈਡ ਕਰਨੀ, ਜਿੱਦਾਂ ਗੱਡੀ ਹੋਵੀ, ਚੌਥੇ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਤੁਸੀਂ ਇਹਨਾਂ ਨੂੰ ਫਲੈਟ ਜਾਂ ਖਾਣ ਪੀਣ ਵਾਸਤੇ ਜਿਹੜੀਆਂ ਚੀਜ਼ਾਂ ਦੋਨੇ। ਇਹ ਸਾਰੇ ਜਿਹੜੇ ਸ਼ੂਟਰਸ ਨੇ ਇਹ ਅਲੱਗ-ਅਲੱਗ ਥਾਂ ਤੋਂ ਆਉਂਦੇ ਆ ਤੇ ਵਾਰਦਾਤ ਨੂੰ ਅੰਜਾਮ ਦੇ ਕੇ ਅੱਗੇ ਜਾ ਕੇ ਇਹ ਡਿਵਾਈਡ ਹੋ ਜਾਂਦੇ। ਸੇਮ ਇਸੀ ਕੇਸ ਇਹੀ ਹੋਇਆ, ਬੜਾ ਪ੍ਰੋਫੈਸ਼ਨਲ ਤਰੀਕੇ ਨਾਲ। ਜਿਹੜੇ ਜੇਲ੍ਹਾਂ 'ਚ ਬਹਿ ਕੇ ਜਿਹੜੇ ਗੈਂਗਸਟਰ ਇਹ ਵਾਰਦਾਤ ਨੂੰ ਅੰਜਾਮ ਦਿੰਦੇ, ਆਪਣੇ ਜਿਹੜੇ ਵੀ ਐਕਟਿਵ ਮੈਂਬਰਸ ਨੇ ਉਹਨਾਂ ਦੀ ਡਿਊਟੀ ਜਿਹੜੀ ਹੈ ਲਾਈ ਜਾਂਦੀ ਹੈ। ਜਿਹੜੇ ਇਸ ਕੇਸ 'ਚ ਹੋਇਆ, ਹੁਣ ਅਰੁਣ ਗਵਲੀ ਦਾ ਨਾਂ ਸਾਹਮਣੇ ਆ ਰਿਹਾ ਹੈ, ਯਾਨੀ ਕਿ ਵੱਡੇ ਲੈਵਲ ਦੀ ਗੇਮ ਹੋਈ ਹੈ। ਲਾਰੈਂਸ ਬਿਸ਼ਨੋਈ ਦਾ ਨਾਂ ਬਾਰ-ਬਾਰ ਸਾਹਮਣੇ ਆ ਰਿਹਾ ਹੈ, ਸਚਿਨ ਬਿਸ਼ਨੋਈ ਜਿੱਦਾਂ ਸਾਹਮਣੇ ਆਇਆ। ਸਭ ਤੋਂ ਪਹਿਲਾਂ ਗੋਲਡੀ ਬਰਾੜ ਨੇ ਇਹਦੇ ਬਾਰੇ ਕਿਹਾ ਕਿ ਮੈਂ ਜ਼ਿੰਮੇਵਾਰੀ ਲੈਂਦਾ। ਗੋਲਡੀ ਬਰਾੜ ਜਿਹੜਾ ਮੋਸਟ ਵਾਂਟਡ ਕੈਨੇਡਾ 'ਚ ਬਹਿ ਕੇ ਸਾਰਾ ਨੈਕਸਸ ਜਿਹੜਾ ਚਲਾ ਰਿਹਾ। ਹੁਣ ਸਾਰੀ ਇਹ ਜਿਹੜੀ ਗੇਮ ਘੁੰਮਦੀ ਨਜ਼ਰ ਆ ਰਹੀ ਹੈ, ਇਹ ਸਾਰੀ ਵਿੱਚ ਆ ਰਹੀ ਹੈ ਕਿ ਗੈਂਗਸਟਰ ਕਨੈਕਸ਼ਨ, ਵੱਡੇ ਲੈਵਲ ਦੇ ਜਿਹੜੇ ਗੈਂਗਸਟਰ ਕਨੈਕਸ਼ਨ ਹੈ ਇਹਦੇ ਵੀ ਸਾਹਮਣੇ ਆ ਰਹੇ, ਜਿਨ੍ਹਾਂ ਨੂੰ ਲੈ ਕੇ ਹੁਣ ਸ਼ਾਰਪ ਸ਼ੂਟਰ ਦੀ ਜਿਹੜੀ ਹੈ ਉਹ ਭਾਲ ਕੀਤੀ ਜਾ ਰਹੀ ਹੈ। ਲੇਕਿਨ ਇਹਦੇ ਵਿੱਚ ਜਿਹੜੀ ਕੇਕੜੇ ਦੀ ਗ੍ਰਿਫਤਾਰੀ ਹੋਈ ਹੈ, ਇਹਦੇ ਵਿੱਚ ਜਿਹੜੀ ਭਾਊ ਦੀ ਗ੍ਰਿਫਤਾਰੀ ਹੋਈ ਹੈ, ਇਹਦੇ ਵਿੱਚ ਜਿਹੜੇ ਮੰਨਾ ਨੂੰ ਤੇ ਸ਼ਰਦ ਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਇਆ ਗਿਆ ਸੀਗਾ, ਉਹਨਾਂ ਵੱਲੋਂ ਕਈ ਲੀਡ ਜਿਹੜੀ ਹੈ ਪੁਲਿਸ ਨੂੰ ਮਿਲੀ ਸੀ, ਜਿਹਦੇ ਕਰਕੇ ਹੁਣ ਪੁਲਿਸ ਜਿਹੜੀ ਹੈ ਉਹ ਕੰਮ ਕਰ ਰਹੀ ਹੈ ਵੱਖ-ਵੱਖ ਥਾਂ ਤੇ। ਰਾਜਸਥਾਨ ਦੇ ਇੱਕ ਜਿਹੜੇ ਸ਼ਾਰਪ ਸ਼ੂਟਰ ਦਾ ਨਾਂ ਸਾਹਮਣੇ ਆ ਰਿਹਾ, ਕਈ ਜਗ੍ਹਾ ਤੇ ਉਹਦਾ ਰੇਡ ਕੀਤੀ ਗਈ ਹੈ, ਲੇਕਿਨ ਹਜੇ ਤੱਕ ਪੁਲਿਸ ਨੂੰ ਉਹਦੀ ਗ੍ਰਿਫਤਾਰੀ ਨਹੀਂ ਹੋਈ ਹੈ, ਪੁਲਿਸ ਨੂੰ ਸਫਲਤਾ ਉਹਦੇ ਵਿੱਚ ਨਹੀਂ ਮਿਲੀ ਹੈ। ਹਰਿਆਣਾ ਦੇ ਦੱਸੇ ਜਾ ਰਹੇ ਨੇ ਫੌਜੀ ਦੀ ਅਸੀਂ ਗੱਲ ਕਰ ਲਈਏ, ਔਰ ਉਹਦਾ ਜਿਹੜਾ ਦੂਜਾ ਮਨੋਜ, ਇੱਕ ਚੀਜ਼ ਕਲੀਅਰ ਹੈ ਕਿ ਪੁਲਿਸ ਅੱਗੇ ਜ਼ਰੂਰ ਵੱਧ ਰਹੀ ਹੈ ਪਰ ਹੱਥ ਖਾਲੀ ਨਹੀਂ। ਔਰ ਹੱਥ ਖਾਲੀ ਇਸ ਕਰਕੇ ਅਸੀਂ ਕਹਿ ਰਹੇ ਹਾਂ ਕਿਉਂਕਿ 8 ਸ਼ਾਰਪ ਸ਼ੂਟਰਸ ਦੀਆਂ ਤਸਵੀਰਾਂ ਨੇ, ਉਹਨਾਂ ਦੇ ਨਾਮ ਨੇ, ਕੌਣ ਨੇ, ਕਿੱਥੋਂ ਨੇ, ਸਭ ਕੁਝ ਹੈ, ਪਰ ਉਹ ਜਿਹੜੇ ਗੈਂਗਸਟਰਸ ਨੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਉਹ ਨਹੀਂ ਨੇ। ਸ਼ੁਕਰੀਆ ਮਨੋਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਖਬਰ ਦੇ ਵਿੱਚ ਜਾਣਕਾਰੀ ਦੇਣ ਦੇ ਲਈ। ਜਿਵੇਂ ਤੁਹਾਡੇ ਕੋਲ ਹੋਰ ਜਾਣਕਾਰੀ ਆਏਗੀ ਅਸੀਂ ਤੁਹਾਡਾ ਫੌਰੀ ਤੌਰ ਦੇ ਉੱਤੇ ਵਾਪਸ ਰੁਕ ਕਰਾਂਗੇ। ਮਨੋਜ ਲਗਾਤਾਰ ਇੱਕ ਛੋਟੀ ਜਿਹੜੀ ਜਾਣਕਾਰੀ ਇਸ ਪੂਰੇ ਮਾਮਲੇ ਦੇ ਵਿੱਚ ਆ ਰਹੀ ਹੈ ਆਪਣੇ ਦਰਸ਼ਕਾਂ ਤੱਕ ਅਸੀਂ ਪਹੁੰਚਾ ਰਹੇ ਹਾਂ ਮਨੋਜ ਦੇ ਜ਼ਰੀਏ। ਔਰ 9ਵੇਂ ਦਿਨ ਵੀ ਇਨਸਾਫ ਬਾਕੀ ਹੈ। ਅਰੁਣ ਗਵਲੀ ਦਾ ਅਸੀਂ ਜ਼ਿਕਰ ਕਰ ਰਹੇ ਹਾਂ, ਪਰ ਅਰੁਣ ਗਵਲੀ ਕੌਣ ਹੈ? ਅਰੁਣ ਗਵਲੀ ਕੀ ਵਾਕਈ ਬਹੁਤ ਵੱਡਾ ਨਾਮ ਹੈ। ਤੁਹਾਨੂੰ ਦੱਸਦੇ ਹਾਂ ਅਰੁਣ ਗਵਲੀ ਦੇ ਨਾਲ ਜੁੜੇ ਹੋਏ ਕੁਝ ਅਹਿਮ ਤੱਥ। ਇਹ ਜੇਲ੍ਹ ਦੇ ਵਿੱਚ ਬੰਦ ਹੈ ਔਰ ਬਹੁਤ ਵੱਡਾ ਇੱਕ ਗੈਂਗਸਟਰ ਖਤਰਨਾਕ ਮੁੰਬਈ ਦਾ ਦੱਸਿਆ ਜਾਂਦਾ ਹੈ। ਅਰੁਣ ਗਵਲੀ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਹੈ, ਜੋ ਅਹਿਮ ਤੱਥ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ। ਅਰੁਣ ਗਵਲੀ ਅਪਰਾਧ ਦੀ ਦੁਨੀਆ ਦੇ ਵਿੱਚ, ਜੇ ਮੁੰਬਈ ਦੇ ਵਿੱਚ ਅਸੀਂ ਜ਼ਿਕਰ ਕਰੀਏ ਤਾਂ ਅਪਰਾਧ ਦੀ ਦੁਨੀਆ ਦੇ ਵਿੱਚ ਇਸ ਨੂੰ ਡੈਡੀ ਕਿਹਾ ਜਾਂਦਾ ਹੈ। ਡੈਡੀ ਦੇ ਨਾਮ ਤੋਂ ਮਸ਼ਹੂਰ ਹੈ ਅਰੁਣ ਗਵਲੀ ਔਰ ਮੁੰਬਈ ਦਾ ਸੁਪਾਰੀ ਕਿੰਗ ਹੈ, ਯਾਨੀ ਪੈਸੇ ਲੈ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ। ਤਾਂ ਕਿ ਸਿੱਧੂ ਮੂਸੇਵਾਲਾ ਦਾ ਸੁਪਾਰੀ ਦੇ ਕੇ ਕਤਲ ਕਰਵਾਇਆ ਗਿਆ। ਕਿ ਅਰੁਣ ਗਵਲੀ ਨੂੰ ਸਿੱਧੂ ਮੂਸੇਵਾਲਾ ਦੀ ਸੁਪਾਰੀ ਦਿੱਤੀ ਗਈ? ਜੇ ਸੁਪਾਰੀ ਦਿੱਤੀ ਗਈ ਤਾਂ ਕਿਸ ਦੇ ਵੱਲੋਂ ਦਿੱਤੀ ਗਈ? ਕਿ ਸਿਰਫ ਇਹ ਮਾਮਲਾ ਕਿਸੇ ਗੈਂਗ ਜਾਂ ਗੈਂਗਸਟਰ ਤੱਕ ਸੀਮਿਤ ਹੈ? ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਇੱਕ ਮੁੰਬਈ ਦੇ ਵਿੱਚ ਬੈਠਾ ਹੈ ਗੈਂਗਸਟਰ, ਜੇਲ੍ਹ ਦੇ ਵਿੱਚ ਬੰਦ ਹੈ, ਉਸ ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਦੀ ਜ਼ਰੂਰਤ ਕਿਉਂ ਪੈ ਗਈ? ਆਖਿਰ ਉਸਨੇ ਕਤਲ ਕਿਉਂ ਕਰ ਦਿੱਤਾ? ਇਹ ਬਹੁਤ ਅਹਿਮ ਸਵਾਲ ਹੈ ਜੋ ਹਰ ਕੋਈ ਜਾਣਨਾ ਚਾਹੁੰਦਾ ਹੈ। ਪਰ ਇਸ ਦੇ ਵਿੱਚ ਜੋ ਤੱਥ ਨਿਕਲ ਕੇ ਸਾਹਮਣੇ ਆ ਰਿਹਾ ਹੈ ਅਰੁਣ ਗਵਲੀ ਦੇ ਨਾਲ ਜੁੜਿਆ ਹੋਇਆ, ਕਿ ਅਰੁਣ ਗਵਲੀ ਮੁੰਬਈ ਦਾ ਸੁਪਾਰੀ ਕਿੰਗ ਹੈ, ਯਾਨੀ ਕਿ ਸੁਪਾਰੀ ਲੈ ਕੇ ਘਟਨਾਵਾਂ ਨੂੰ ਅੰਜਾਮ ਦਿੰਦਾ ਹੈ ਔਰ ਉਹਨਾਂ ਦੇ ਵਿੱਚ ਕਤਲ ਦੀਆਂ ਵਾਰਦਾਤਾਂ ਵੀ ਸ਼ਾਮਲ ਹੁੰਦੀਆਂ ਨੇ। ਤਾਂ ਕਿ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੇ ਲਈ ਸੁਪਾਰੀ ਦਿੱਤੀ ਗਈ। ਸੁਪਾਰੀ ਬਿਸ਼ਨੋਈ ਗੈਂਗ ਨੇ ਦਿੱਤੀ, ਇਹ ਵੀ ਥੋੜਾ ਮੁਸ਼ਕਿਲ ਲੱਗ ਰਿਹਾ ਹੈ, ਜਾਂ ਇਸ ਪੂਰੇ ਗੈਂਗ ਕਰਦੇ ਹੋਏ ਜਾਂ ਗੈਂਗਸਟਰਾਂ ਦਾ ਜ਼ਿਕਰ ਕਰਦੇ ਹੋਏ ਗੈਂਗਸਟਰਾਂ ਦੇ ਪਿੱਛੇ ਕੋਈ ਹੋਰ ਖੜਾ ਹੈ ਜੋ ਸੁਪਾਰੀ ਦੇ ਰਿਹਾ ਸਿੱਧੂ ਮੂਸੇਵਾਲਾ ਦੀ, ਜਿਸ ਨੇ ਕਤਲ ਕਰਵਾ ਦਿੱਤਾ ਸਿੱਧੂ ਮੂਸੇਵਾਲਾ ਦਾ। ਖੈਰ ਗਵਲੀ ਨੂੰ ਲੈ ਕੇ ਬਹੁਤ ਅਹਿਮ ਜਾਣਕਾਰੀਆਂ ਜੋ ਅਸੀਂ ਤੁਹਾਨੂੰ ਦੇ ਰਹੇ ਹਾਂ। ਅਰੁਣ ਗਵਲੀ
ਇਹ ਮੁੰਬਈ ਦਾ ਰਹਿਣ ਵਾਲਾ ਹੈ, ਡੈਡੀ ਦੇ ਨਾਮ ਨਾਲ ਮਸ਼ਹੂਰ ਹੈ। ਉੱਥੇ ਜੁਰਮ ਦੀ ਦੁਨੀਆ ਦੇ ਵਿੱਚ ਸੁਪਾਰੀ ਕਿੰਗ ਇਸ ਨੂੰ ਕਿਹਾ ਜਾਂਦਾ ਹੈ। ਅਰੁਣ ਗਵਲੀ ਵਿਧਾਇਕ ਵੀ ਰਹਿ ਚੁੱਕੇ, ਐਮਐਲਏ ਬਣ ਗਿਆ। ਮੁੰਬਈ ਦੀ ਦਗੜੀ ਚੌਲ ਦੇ ਵਿੱਚ ਅਪਰਾਧ ਦੀ ਦੁਨੀਆ ਦੇ ਵਿੱਚ ਇੱਕ ਕਦਮ ਰੱਖਦਾ ਹੈ ਔਰ ਇਹ ਵੀ ਕਾਬਿਲ ਗੌਰ ਹੈ ਕਿ ਦਗੜੀ ਚੌਲ ਦੇ ਵਿੱਚ ਗਵਲੀ ਦੇ ਹਥਿਆਰਬੰਦ ਲੋਕ ਹਮੇਸ਼ਾ ਤੈਨਾਤ ਰਹਿੰਦੇ ਸਨ। ਇਹ ਜਾਣਕਾਰੀ ਹੈ, ਇਲਜ਼ਾਮ ਹੈ, ਚਰਚਾਵਾਂ, ਖਬਰਾਂ ਨੇ। ਔਰ ਗਵਲੀ ਦੀ ਇਜਾਜ਼ਤ ਤੋਂ ਬਿਨਾਂ ਪੁਲਿਸ ਵੀ ਦਗੜੀ ਚੌਲ ਦੇ ਵਿੱਚ ਨਹੀਂ ਜਾ ਸਕਦੀ ਸੀ। ਗਵਲੀ ਦੇ ਗੈਂਗ ਦੇ ਵਿੱਚ 800 ਦੇ ਕਰੀਬ ਖਤਰਨਾਕ ਬਦਮਾਸ਼ ਨੇ। ਗੈਂਗ ਦੇ ਹਰ ਮੈਂਬਰ ਨੂੰ ਹਥਿਆਰਾਂ ਦੀ ਟ੍ਰੇਨਿੰਗ ਤੱਕ ਦਿੱਤੀ ਜਾਂਦੀ ਹੈ। ਗਵਲੀ ਹਫਤਾ ਵਸੂਲੀ, ਰੰਗਦਾਰੀ, ਸੁਪਾਰੀ, ਸਭ ਇਸ ਤਰੀਕੇ ਦੇ ਐਕਸਟ੍ਰਾਸ਼ਨ ਮਨੀ ਸਭ ਲੈਣ ਦੇ ਕੰਮ ਕਰਦਾ ਹੈ। ਔਰ 2004 ਦੇ ਵਿੱਚ ਅਖਿਲ ਭਾਰਤੀ ਸੈਨਾ ਦੇ ਨਾਮ ਤੋਂ ਇਸ ਦੇ ਵੱਲੋਂ ਆਪਣੀ ਇੱਕ ਫੌਜ ਖੜੀ ਕਰ ਦਿੱਤੀ ਜਾਂਦੀ ਹੈ। ਜੋ ਮੈਂ ਜ਼ਿਕਰ ਕੀਤਾ ਕਿ ਅਰੁਣ ਗਵਲੀ ਦੇ 800 ਬਦਮਾਸ਼ ਨੇ ਹਥਿਆਰਬੰਦ ਔਰ ਪ੍ਰੋਪਰ ਉਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਔਰ ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ। ਮੂਸੇਵਾਲਾ ਕਤਲकांड ਨੂੰ ਲੈ ਕੇ ਪੁਲਿਸ ਗਿਰਫ ਦੇ ਵਿੱਚ ਕੇਕੜਾ ਨੇ ਵੱਡੇ ਖੁਲਾਸੇ ਕੀਤੇ ਨੇ। ਸ਼ਾਰਪ ਸ਼ੂਟਰ ਕੇਸ ਨੂੰ ਲੈ ਕੇ ਵੱਡਾ ਖੁਲਾਸਾ ਹੈ। ਸ਼ਾਰਪ ਸ਼ੂਟਰ ਕੇਸ਼ਵ ਨੂੰ ਪਿੰਡ ਮੂਸਾ ਲੈ ਕੇ ਗਿਆ ਸੀ ਕੇਕੜਾ, ਇੱਕ ਹੋਰ ਦੋਸਤ ਦੇ ਨਾਲ ਲੈ ਕੇ ਗਿਆ ਸੀ ਕੇਕੜਾ। ਕੇਕੜਾ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕੀਤਾ ਉਸਨੇ। ਇੱਕ ਹੋਰ ਦੋਸਤ ਨੂੰ ਨਿੱਕੂ ਜਿਸ ਦਾ ਨਾਮ ਹੈ ਉਸ ਨੂੰ ਲੈ ਕੇ ਮੂਸੇਵਾਲਾ ਦੇ ਘਰ ਗਿਆ ਸੀ। ਮੂਸੇਵਾਲਾ ਦੇ ਘਰ ਗਿਆ, ਮੂਸੇਵਾਲਾ ਦੇ ਨਾਲ ਸੈਲਫੀ ਖਿਚਵਾਈ ਬਤੌਰ ਫੈਨ ਬਣ ਕੇ। ਤਾਂ ਫੈਨ ਬਣ ਕੇ ਸੈਲਫੀਆਂ, ਫਿਰ ਉਸ ਤੋਂ ਬਾਅਦ ਧੋਖਾ ਦੇ ਕੇ ਗੋਲੀ। ਇਹ ਕੀਤਾ ਗਿਆ ਨਾ ਗੈਂਗਸਟਰਾਂ ਦੇ ਵੱਲੋਂ ਸਿੱਧੂ ਮੂਸੇਵਾਲਾ ਦੇ ਨਾਲ। ਤਾਂ ਪੁਲਿਸ ਗਿਰਫ ਦੇ ਵਿੱਚ ਕੇਕੜਾ ਵੱਡੇ ਖੁਲਾਸੇ ਕਰ ਰਿਹਾ। ਕੇਕੜਾ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਨਜ਼ਰ ਆ ਰਿਹਾ ਹੈ। ਕੇਕੜਾ ਦੇ ਉੱਤੇ ਇਲਜ਼ਾਮ ਨੇ ਕਿ ਉਹ ਕਾਲਿਆਂਵਾਲੀ ਦਾ ਰਹਿਣ ਵਾਲਾ ਤੇ ਉਸਦੇ ਕੁਝ ਰਿਸ਼ਤੇਦਾਰ ਨੇ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇਵਾਲਾ ਦੇ ਵਿੱਚ, ਮੂਸਾ ਪਿੰਡ ਦੇ ਵਿੱਚ। ਔਰ ਉੱਥੇ 10 ਤੋਂ 15 ਪਰਿਵਾਰ ਅਜਿਹੇ ਨੇ ਜਿਨ੍ਹਾਂ ਦੇ ਤਾਲੁਕਾਤ ਨੇ ਕਾਲਿਆਂਵਾਲੀ ਦੇ ਨਾਲ, ਜਿੱਥੇ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਨੇ। ਹੁਣ ਕੇਕੜਾ ਕਿਸ ਦੇ ਘਰ ਆਉਂਦਾ ਸੀ, ਕਿਸ ਦੇ ਘਰ ਵਾਰ-ਵਾਰ ਆ ਰਿਹਾ ਸੀ ਔਰ ਕਿਉਂ ਉਸ ਪਰਿਵਾਰ ਦੇ ਵੱਲੋਂ ਇਸ ਵੱਲ ਗੌਰ ਨਹੀਂ ਕੀਤਾ ਗਿਆ ਕਿ ਆਲ ਆਫ ਸਡਨ ਕਿਉਂ ਆਉਣਾ ਸ਼ੁਰੂ ਹੋ ਗਿਆ। ਇਹ ਅੱਗੇ ਤਾਂ ਆਉਂਦਾ ਨਹੀਂ, ਪਿਛਲੇ 2 ਮਹੀਨਿਆਂ 'ਚ, 1 ਮਹੀਨੇ 'ਚ, 15 ਦਿਨ ਦੇ ਵਿੱਚ ਲਗਾਤਾਰ ਕਿਉਂ ਆ ਰਿਹਾ ਹੈ। ਤਾਂ ਖੈਰ ਕੇਕੜੇ ਦੇ ਵੱਲੋਂ ਇਹ ਖੁਲਾਸੇ ਕੀਤੇ ਜਾ ਰਹੇ ਨੇ ਕਿ ਕੇਕੜਾ ਆਪਣੇ ਇੱਕ ਦੋਸਤ ਨਿੱਕੂ ਨੂੰ ਵੀ ਨਾਲ ਲੈ ਕੇ ਗਿਆ ਸੀ ਮੂਸੇਵਾਲਾ ਦੇ ਘਰ। ਮੂਸੇਵਾਲਾ ਦੇ ਨਾਲ ਸੈਲਫੀ ਲਈ, ਥਾਰ ਦੀ ਵੀ ਫੋਟੋ ਕਲਿੱਕ ਕੀਤੀ ਜਿਸ ਥਾਰ ਦੇ ਵਿੱਚ ਸਿੱਧੂ ਮੂਸੇਵਾਲਾ ਸਵਾਰ ਸੀ, ਜਿਸ ਥਾਰ ਦੇ ਉੱਤੇ ਸਵਾਰ ਹੋ ਕੇ ਸਿੱਧੂ ਮੂਸੇਵਾਲਾ ਗਿਆ, ਜਿਸ ਥਾਰ ਦੇ ਵਿੱਚ ਬੈਠੇ ਹੋਏ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ, ਉਸ ਥਾਰ ਦੀ ਸੈਲਫੀ ਵੀ ਲਈ ਗਈ। ਫੈਨ ਬਣ ਕੇ ਸੈਲਫੀ ਲੈਣ ਦੇ ਬਹਾਨੇ ਇਹ ਗਏ ਸਨ ਮੂਸੇਵਾਲਾ ਦੇ ਘਰ। ਖੈਰ ਮੂਸੇਵਾਲਾ ਦੇ ਘਰ ਲਗਾਤਾਰ ਇਸ ਤਰੀਕੇ ਨਾਲ ਸਮਰਥਕ ਪਹੁੰਚਦੇ ਰਹਿੰਦੇ ਸੀ ਔਰ ਪਿਛਲੇ ਕੁਝ ਸਮੇਂ ਦੇ ਵਿੱਚ ਮੂਸੇਵਾਲਾ ਜਦੋਂ 2-3-4 ਸਾਲਾਂ ਤੋਂ ਬਹੁਤ ਵੱਡੇ ਸਟਾਰ ਬਣ ਗਏ ਪੂਰੀ ਦੁਨੀਆ ਦੇ ਵਿੱਚ, ਤਾਂ ਉਹਨਾਂ ਦੇ ਘਰ ਦੇ ਬਾਹਰ ਜਮਾਵੜਾ ਲੱਗਿਆ ਰਹਿੰਦਾ ਸੀ ਸਿੱਧੂ ਮੂਸੇਵਾਲਾ ਦੇ ਘਰ ਦੇ ਬਾਹਰ। ਤੇ ਮੂਸੇਵਾਲਾ ਜਦੋਂ ਹੀ ਨਿਕਲਦੇ ਸੀ ਫੈਨਸ ਉਹਨਾਂ ਨੂੰ ਘੇਰ ਕੇ ਖੜੇ ਹੋ ਜਾਂਦੇ ਸੀ ਔਰ ਸਿੱਧੂ ਇਸ ਤਰੀਕੇ ਦੇ ਨਾਲ ਉਹਨਾਂ ਨਾਲ ਦਰਪੇਸ਼ ਆਉਂਦੇ ਸੀ ਜਿਵੇਂ ਕੋਈ ਆਮ ਸ਼ਖਸ ਹੈ। ਇਹੀ ਕੁਆਲਿਟੀ ਸਿੱਧੂ ਮੂਸੇਵਾਲਾ ਦੀ ਅੱਜ ਹਰ ਕਿਸੇ ਨੂੰ ਉਹਨਾਂ ਦੀ ਯਾਦ ਜ਼ਿਆਦਾ ਦਵਾ ਰਹੀ ਹੈ। ਗਾਣੇ ਤਾਂ ਉਹਨਾਂ ਦੇ ਚੇਤੇ ਆ ਰਹੇ ਨੇ ਪਰ ਜਿਹੜੀ ਇੱਕ ਹਲੀਮੀ ਵਾਲਾ ਨੇਚਰ ਸੀ, ਇੱਕ ਸੁਭਾਅ ਸੀ, ਉਹ ਜ਼ਰੂਰ ਯਾਦ ਆ ਰਿਹਾ ਹੈ। ਤਾਂ ਉਹੀ ਸੁਭਾਅ ਕਿਤੇ ਨਾ ਕਿਤੇ ਸਿੱਧੂ ਦੇ ਉੱਤੇ ਭਾਰੀ ਜ਼ਰੂਰ ਪਿਆ ਹੈ। ਹਰ ਕਿਸੇ ਦੇ ਨਾਲ ਖੜ ਕੇ ਸੈਲਫੀ ਖਿਚਵਾ ਲੈਣਾ ਜਾਂ ਫਿਰ ਅੰਦਰ ਆਉਣ ਦੇਣਾ। ਉਹਨਾਂ ਦੀਆਂ ਗੱਡੀਆਂ, ਨਾਟਕਿਆਰਾਂ, ਟਰੈਕਟਰ, ਜੀਪ, ਜਿਨ੍ਹਾਂ ਦੀ ਵੀ ਕੋਈ ਸੈਲਫੀ ਲੈ ਰਿਹਾ, ਕੋਈ ਫੋਟੋ ਖਿੱਚ ਰਿਹਾ, ਕਿਸੇ ਨੂੰ ਕਦੇ ਰੋਕਿਆ ਨਹੀਂ। ਤਾਂ ਕੇਕੜਾ ਇਸ ਪੂਰੇ ਮਾਮਲੇ ਦੇ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ। ਉਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕੇਕੜੇ ਦੀ। ਤਾਂ ਕੇਕੜਾ ਦੀ ਕ੍ਰਾਈਮ ਕੁੰਡਲੀ ਕੀ ਆ ਉਹ ਤੁਹਾਨੂੰ ਦੱਸਦੇ ਹਾਂ। ਮੂਸੇਵਾਲਾ ਕਤਲकांड ਦੇ ਵਿੱਚ ਇੱਕ ਵੱਡਾ ਰੋਲ ਪਲੇ ਕੀਤਾ ਗਿਆ ਹੈ ਇਸ ਕੇਕੜੇ ਦੇ ਵੱਲੋਂ। ਨਾਮ ਹੈ ਇਸ ਦਾ ਸੰਦੀਪ ਕੇਕੜਾ। ਸੰਦੀਪ ਕੇਕੜੇ ਦੀ ਕੁੰਡਲੀ ਦਾ ਹਾਲ ਇਹ ਹੈ ਕਿ ਸਿਰਸਾ ਦੇ ਪਿੰਡ ਕਾਲਾਂਵਾਲੀ ਦਾ ਰਹਿਣ ਵਾਲਾ ਹੈ। 35 ਤੋਂ 40 ਸਾਲ ਦੀ ਉਮਰ ਦੱਸੀ ਜਾਂਦੀ ਹੈ। ਮੈਂ ਸਾਰੇ ਪੁਆਇੰਟਸ ਤੁਹਾਡੇ ਸਾਹਮਣੇ ਰੱਖਦਾ। ਕਰੀਬ 45 ਮਿੰਟ ਤੱਕ ਘਰ ਦੇ ਨੇੜੇ ਤੇੜੇ ਰਿਹਾ ਜਿਸ ਦਿਨ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਵਾਰਦਾਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਨਾਲ ਸੈਲਫੀ ਵੀ ਲਈ ਗਈ ਇਸ ਕੇਕੜੇ ਦੇ ਵੱਲੋਂ। ਜਿਹੜੀ CCTV ਸਾਹਮਣੇ ਆਈ ਸੀ ਜਦੋਂ ਸਿੱਧੂ ਮੂਸੇਵਾਲਾ 5:15 ਦੇ ਕਰੀਬ ਘਰੋਂ ਨਿਕਲੇ ਨੇ, ਉਸ ਸਮੇਂ ਦੀ ਸੈਲਫੀ ਲਈ ਗਈ ਹੈ ਇਸ ਕੇਕੜੇ ਦੇ ਵੱਲੋਂ। ਔਰ ਸਿਰਸਾ ਦੇ ਪਿੰਡ ਕਾਲਾਂਵਾਲੀ ਦਾ ਰਹਿਣ ਵਾਲਾ ਹੈ। 35 ਤੋਂ 40 ਸਾਲ ਦੇ ਵਿਚਾਲੇ ਇਸ ਦੀ ਉਮਰ ਦੱਸੀ ਜਾ ਰਹੀ ਹੈ ਇਸ ਸੰਦੀਪ ਕੇਕੜੇ ਦੀ, ਜਿਸ ਨੇ ਪੂਰੀ ਵਾਰਦਾਤ ਨੂੰ ਅੰਜਾਮ ਦੇਣ ਦਾ ਇੱਕ ਮਾਸਟਰਮਾਈਂਡ ਦੀ ਤਰ੍ਹਾਂ ਕੰਮ ਕੀਤਾ। ਨਸ਼ੇ ਕਰਨ ਦਾ ਆਦੀ ਹੈ ਇਹ ਕੇਕੜਾ, ਨਸ਼ੇੜੀ ਹੈ ਜੀ ਹਾਂ, ਨਸ਼ੇ ਕਰਨ ਦਾ ਆਦੀ ਹੈ ਕੇਕੜਾ। ਔਰ ਪਿੰਡ ਮੂਸਾ ਦੇ ਵਿੱਚ ਕੇਕੜਾ ਦੀ ਰਿਸ਼ਤੇਦਾਰੀ ਹੈ। ਕੁਝ ਮਹੀਨਿਆਂ ਤੋਂ ਰੇਕੀ ਮੂਸੇਵਾਲਾ ਦੀ ਕੀਤੀ ਜਾ ਰਹੀ ਸੀ ਸੰਦੀਪ ਕੇਕੜੇ ਦੇ ਵੱਲੋਂ ਔਰ ਕਾਤਲਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਸੀ। ਕਤਲकांड ਦੇ ਵਿੱਚ ਵੱਡਾ ਰੋਲ ਹੈ। ਪ੍ਰਸ਼ੰਸਕ ਬਣ ਕੇ ਸਿੱਧੂ ਮੂਸੇਵਾਲਾ ਦੇ ਘਰ ਗਿਆ, 45 ਮਿੰਟ ਤੱਕ ਘਰ ਦੇ ਨੇੜੇ ਤੇੜੇ ਰਿਹਾ। ਵਾਰਦਾਤ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਨਾਲ ਸੈਲਫੀ ਵੀ ਲਈ ਔਰ ਇਹ ਵੀ ਜਾਣਕਾਰੀ ਨਿਕਲ ਕੇ ਆਈ। ਹਾਲਾਂਕਿ ਪੁਲਿਸ ਔਰ ਅਧਿਕਾਰਿਕ ਤੌਰ ਦੇ ਉੱਤੇ ਇਸ ਦੇ ਉੱਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਪਰ ਇਹ ਜਾਣਕਾਰੀ ਆਈ ਕਿ ਸਿੱਧੂ ਮੂਸੇਵਾਲਾ ਦੇ ਘਰ ਵਿੱਚ ਕੰਮ ਕਰਨ ਵਾਲੀ ਇੱਕ ਮਹਿਲਾ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਸਿੱਧੂ ਉਸ ਦਿਨ 5:15 ਵਜੇ ਚਲੇ ਗਏ ਸੀ ਤਾਂ ਇੱਕ ਸ਼ਖਸ ਫੋਨ ਕਰਕੇ ਦੱਸ ਰਿਹਾ ਸੀ ਕਿ ਸਿੱਧੂ ਨਿਕਲ ਗਿਆ। ਇਸ ਤਰੀਕੇ ਦੇ ਇਲਜ਼ਾਮ ਜਾਣਕਾਰੀ ਸਾਹਮਣੇ ਆਈ ਹੈ ਕਿ ਉਸ ਦੇ ਵੱਲੋਂ ਜਾਣਕਾਰੀ ਔਰ ਇਹ ਕੇਕੜਾ ਹੀ ਕਿਹਾ ਜਾ ਰਿਹਾ ਕਿ ਕੇਕੜੇ ਨੇ ਉੱਥੇ ਸਿੱਧੂ ਨੂੰ ਰੋਕਿਆ, ਸੈਲਫੀ ਖਿਚਵਾਈ ਔਰ ਸੈਲਫੀ ਖਿਚਵਾਉਣ ਦੇ ਬਹਾਨੇ ਪੂਰੀ ਰੇਕੀ ਇੱਕ ਤਰੀਕੇ ਨਾਲ ਕਰ ਲਈ ਗਈ, ਕਿਉਂਕਿ ਰੇਕੀ ਤਾਂ ਪਹਿਲਾਂ ਹੀ ਕੀਤੀ ਗਈ ਸੀ।
ਸਿੱਧੂ ਦੀ ਚੰਗੀ ਤਰ੍ਹਾਂ। ਉਸ ਤੋਂ ਬਾਅਦ ਉਸ ਦਿਨ ਸਿੱਧੂ ਦੇ ਨਾਲ ਕੌਣ ਹੈ ਉਹ ਵੀ ਇੱਕ ਤਰੀਕੇ ਨਾਲ ਰੇਕੀ ਕੀਤੀ ਗਈ। ਸਿੱਧੂ ਹੈ, ਸਿੱਧੂ ਦੇ ਦੋ ਦੋਸਤ ਨੇ, ਸਿੱਧੂ ਬੁਲਟ ਪ੍ਰੂਫ ਗੱਡੀ ਦੇ ਵਿੱਚ ਨਹੀਂ ਹੈ, ਸਿੱਧੂ ਦੇ ਗਨਮੈਨ ਉਹਨਾਂ ਦੇ ਨਾਲ ਨਹੀਂ ਨੇ, ਸਿੱਧੂ ਇੱਕ ਨਾਰਮਲ ਲੋਅਰ ਟੀ-ਸ਼ਰਟ ਦੇ ਵਿੱਚ ਗਿਆ ਹੋਇਆ ਹੈ ਤਾਂ ਅਜਿਹੇ ਦੇ ਵਿੱਚ ਉਹਨਾਂ ਦੇ ਕੋਲ ਪਿਸਟਲ ਹੋਏਗੀ ਨਹੀਂ ਹੋਏਗੀ ਉਸ ਦੇ ਵੀ ਚਾਂਸਸ ਘੱਟ ਨੇ। ਤਾਂ ਇਹ ਸਾਰੀਆਂ ਰੇਕੀ ਕਰਕੇ ਜਾਣਕਾਰੀ ਦਿੱਤੀ ਗਈ, ਕਾਤਲਾਂ ਤੱਕ ਪਹੁੰਚਾਈ ਗਈ। ਕੇਕੜਾ ਇਹ ਪੂਰੀ ਇਨਫੋਰਮੇਸ਼ਨ ਖੁਦ ਲੈ ਰਿਹਾ ਸੀ। ਉਸ ਤੋਂ ਬਾਅਦ ਕੇਕੜੇ ਦੇ ਵੱਲੋਂ ਸੈਲਫੀ ਲਈ ਗਈ। ਹੋ ਸਕਦਾ ਕਿ ਸੈਲਫੀ ਦੇ ਜ਼ਰੀਏ ਜਿਹੜੇ ਕਾਤਲ ਨੇ ਉਹਨਾਂ ਤੱਕ ਵੀ ਉਹ ਸੈਲਫੀ ਪਹੁੰਚਾ ਦਿੱਤੀ ਗਈ ਹੋਵੇ ਕਿ ਇਹ ਦੇਖੋ ਇਹ ਸ਼ਖਸ ਹੈ, ਇਹਨੇ ਇਸ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਹ ਬਹੁਤ ਮਾਸਟਰਮਾਈਂਡ ਹੁੰਦੇ ਨੇ ਲੋਕ, ਤਾਂ ਕਿ ਕੋਈ ਗਲਤੀ ਨਾ ਹੋਵੇ, ਕਈ ਇਸ ਤਰੀਕੇ ਦੀ ਗੱਲ ਨਾ ਰਹਿ ਜਾਵੇ ਕਿ ਕੋਈ ਭੁਲੇਖਾ ਹੋਵੇ ਕਿ ਇਹ ਸਿੱਧੂ ਮੂਸੇਵਾਲਾ ਹੈ ਕਿ ਨਹੀਂ ਹੈ। ਤਾਂ ਇਹ ਵੀ ਲੱਗ ਰਿਹਾ ਕਿ ਸੈਲਫੀ ਵੀ ਸ਼ਾਇਦ ਇਸ ਲਈ ਲਈ ਗਈ ਕਿ ਸੈਲਫੀ ਖਿੱਚ ਕੇ ਜਿਹੜੇ ਕਾਤਲ ਨੇ ਉਹਨਾਂ ਨੂੰ ਭੇਜ ਦਿੱਤੀ ਗਈ ਕਿ ਦੇਖੋ ਇਹ ਸਿੱਧੂ ਮੂਸੇਵਾਲਾ ਹੈ ਤੇ ਉਸ ਦੇ ਵੱਲੋਂ ਅੱਜ ਇਹ ਰੰਗ ਦੀ ਟੀ-ਸ਼ਰਟ ਜਾਂ ਕੱਪੜੇ ਪਾਏ ਹੋਏ ਨੇ, ਤਾਂ ਕਿ ਸਿੱਧੂ ਨੂੰ ਪਹਿਚਾਨਣ ਦੇ ਵਿੱਚ ਵੀ ਗਲਤੀ ਇਹ ਨਾ ਕਰਨ। ਬਹੁਤ ਪਲੈਨਿੰਗ ਦੇ ਨਾਲ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਕਿਉਂਕਿ ਸਿੱਧੂ ਮੂਸੇਵਾਲਾ ਦੇ ਦੋਸਤ ਜਿਹੜੇ ਥਾਰ ਦੇ ਵਿੱਚ ਸਵਾਰ ਸੀ ਉਹ ਇਹ ਜਾਣਕਾਰੀ ਦਿੰਦੇ ਨੇ ਕਿ ਜਦੋਂ ਸਿੱਧੂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਤਾਂ ਪਿੱਛੇ ਵਾਲਾ ਜਿਹੜਾ ਥਾਰ ਦੀ ਬੈਕ ਸੀਟ ਦੇ ਉੱਤੇ ਬੈਠਾ ਹੋਇਆ ਸੀ ਉਹ ਜਾਣਕਾਰੀ ਦਿੰਦਾ ਹੈ ਕਿ ਜਦੋਂ ਗੋਲੀਆਂ ਦੀ ਆਵਾਜ਼ ਥੋੜੀ ਜਿਹੀ ਰੁਕੀ ਉਹ ਸਿਰ ਨੀਚੇ ਕਰਕੇ ਲੁਕਿਆ ਹੋਇਆ ਸੀ ਕਾਰ ਦੇ ਵਿੱਚ ਹੀ। ਜਦੋਂ ਗੋਲੀਆਂ ਦੀ ਆਵਾਜ਼ ਥੋੜੀ ਜਿਹੀ ਰੁਕੀ ਤਾਂ ਉਸਨੇ ਆਪਣਾ ਸਿਰ ਉੱਚਾ ਚੱਕਣ ਦੀ ਕੋਸ਼ਿਸ਼ ਕੀਤੀ। ਜਿਵੇਂ ਹੀ ਸਿਰ ਉੱਚਾ ਚੁੱਕਦਾ ਹੈ ਤਾਂ ਦੁਬਾਰਾ ਠਾ ਗੋਲੀਆਂ ਦੀ ਆਵਾਜ਼ ਆਉਂਦੀ ਹੈ। ਤੇ ਇਹ ਵੀ ਕਾਬਿਲੇ ਗੌਰ ਹੈ ਕਿ ਉਹ ਇਹ ਵੀ ਬਿਆਨ ਕਰਦਾ ਹੈ ਜਿਹੜਾ ਉਸਦਾ ਦੋਸਤ ਹੈ ਕਿ ਸਿੱਧੂ ਮੂਸੇਵਾਲਾ ਮਰ ਗਿਆ। ਇਹ ਤਸਦੀਕ ਕਰਨ ਦੇ ਲਈ ਉਹ ਵਾਪਸ ਆਉਂਦੇ ਨੇ ਜਿਨ੍ਹਾਂ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਸੀ। ਯਾਨੀ ਇਹ ਬਹੁਤ ਕਲੀਅਰ ਹੈ ਕਿ ਸਿੱਧੂ ਮੂਸੇਵਾਲਾ ਟਾਰਗੇਟ ਸੀ, ਮਾਰਨਾ ਉਸ ਨੂੰ ਬਿਲਕੁਲ ਟਾਰਗੇਟ ਸੀ ਔਰ ਪੱਕਾ ਯਕੀਨ ਕੀਤਾ ਜਾਵੇ ਇਹ ਵੀ ਕਿਤੇ ਨਾ ਕਿਤੇ ਟਾਰਗੇਟ ਦਿੱਤਾ ਗਿਆ ਸੀ ਉਹਨਾਂ ਦੇ ਅਕਾਮਾਂ ਦੇ ਵੱਲੋਂ ਕਿ ਸਿੱਧੂ ਮੂਸੇਵਾਲਾ ਦੇ ਨੂੰ ਲੈ ਕੇ ਤੁਸੀਂ ਧਿਆਨ ਰੱਖਣਾ ਕਿ ਉਸਦੀ ਉਹ ਬਚਣਾ ਨਹੀਂ ਚਾਹੀਦਾ। ਇਸ ਕਰਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਸਿੱਧੂ ਦੀ ਥਾਰ ਦੇ ਉੱਤੇ, ਕਾਰ ਦੇ ਉੱਤੇ। ਉਸ ਤੋਂ ਬਾਅਦ ਉਹ ਚਲੇ ਜਾਂਦੇ ਨੇ ਆਪਣੀਆਂ ਗੱਡੀਆਂ ਵੱਲ, ਵਾਪਸ ਆਉਂਦੇ ਨੇ। ਵਾਪਸ ਆ ਕੇ ਦੁਬਾਰਾ ਜੋ ਸਿੱਧੂ ਮੂਸੇਵਾਲਾ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ, ਕਿਉਂਕਿ ਸਿੱਧੂ ਦੀ ਥਾਰ ਜੇ ਇਸ ਤਰੀਕੇ ਨਾਲ ਖੜੀ ਹੈ, ਸਾਹਮਣੇ ਤੋਂ ਸ਼ਖਸ ਆਇਆ, ਪਹਿਲਾਂ ਸਾਹਮਣੇ ਤੋਂ ਗੋਲੀਆਂ ਮਾਰੀਆਂ ਗਈਆਂ ਸੀ ਪਰ ਉਸ ਤੋਂ ਬਾਅਦ ਸਾਈਡ ਤੋਂ ਆ ਕੇ ਜਿਹੜਾ ਡਰਾਈਵਿੰਗ ਸੀਟ ਵਾਲਾ ਦਰਵਾਜ਼ਾ ਹੁੰਦਾ ਹੈ ਉਸ ਵਾਲੇ ਪਾਸੇ ਤੋਂ ਵੀ ਫਾਇਰ ਕੱਢੇ ਗਏ ਨੇ। 19 ਜ਼ਖਮ ਸੀ ਸਿੱਧੂ ਮੂਸੇਵਾਲਾ ਦੇ ਸਰੀਰ ਦੇ ਉੱਤੇ। ਤਾਂ ਸਭ ਕੁਝ ਬਿਆਨ ਕਰਦਾ ਹੈ ਕਿ ਆਖਿਰ ਇਸ ਕੇਕੜੇ ਦੀ ਵਜ੍ਹਾ ਦੇ ਨਾਲ ਪੂਰੀ ਜਾਣਕਾਰੀ ਪਹੁੰਚੀ ਹੈ ਗੈਂਗਸਟਰਾਂ ਤੱਕ। ਇਸ ਸ਼ਖਸ ਨੇ ਨਾ ਸਿਰਫ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਬਲਕਿ ਉਸ ਦਿਨ ਵੀ ਦੱਸਿਆ ਕਿ ਸਿੱਧੂ ਅੱਜ ਆਪਣੀ ਥਾਰ ਦੇ ਵਿੱਚ ਜਾ ਰਿਹਾ ਹੈ। ਇਹਨਾਂ ਨੂੰ ਇਹ ਵੀ ਪਤਾ ਸੀ ਕਿ ਸਿੱਧੂ ਮੂਸੇਵਾਲਾ ਦੀ ਥਾਰ ਬੁਲਟ ਪ੍ਰੂਫ ਨਹੀਂ ਹੈ। ਇਹਨਾਂ ਨੂੰ ਇਹ ਵੀ ਪਤਾ ਸੀ ਕਿ ਸਿੱਧੂ ਮੂਸੇਵਾਲਾ ਦੇ ਨਾਲ ਅੱਜ ਗਨਮੈਨ ਨਹੀਂ ਨੇ। ਇਹਨਾਂ ਨੂੰ ਇਹ ਵੀ ਪਤਾ ਸੀ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਸਦੇ ਦੋ ਦੋਸਤ ਨੇ। ਇਹਨਾਂ ਨੂੰ ਇਹ ਵੀ ਪਤਾ ਸੀ ਕਿ ਸਿੱਧੂ ਮੂਸੇਵਾਲਾ ਡਰਾਈਵ ਕਰ ਰਹੇ ਨੇ, ਖੁਦ ਥਾਰ ਚਲਾ ਰਹੇ ਨੇ, ਗੱਡੀ ਚਲਾ ਰਹੇ ਨੇ। ਇਹਨਾਂ ਨੂੰ ਇਹ ਵੀ ਪਤਾ ਸੀ ਕਿ ਸਿੱਧੂ ਮੂਸੇਵਾਲਾ ਕਿਹੜੇ ਰੂਟ ਦੇ ਉੱਤੇ ਜਾ ਰਹੇ ਨੇ ਕਿਉਂਕਿ ਪਿੱਛਾ ਕਰ ਰਹੇ ਸੀ। ਉਸ ਤੋਂ ਬਾਅਦ ਇੱਕ ਹੋਰ ਜਿਹੜਾ ਅਹਿਮ ਪੁਆਇੰਟ ਹੈ ਕਿ ਜਿਹੜੀ ਸੈਲਫੀ ਲਈ ਗਈ ਹੈ, ਕਿਉਂਕਿ ਹੁਣ ਤੱਕ ਇਹ ਪੁਲਿਸ ਜਾਂਚ ਕਰ ਰਹੀ ਹੈ ਕਿ ਸੈਲਫੀ ਲਈ ਗਈ ਸਿੱਧੂ ਮੂਸੇਵਾਲਾ ਦੇ ਨਾਲ ਫੈਨ ਬਣ ਕੇ, ਪਰ ਲੱਗ ਰਿਹਾ ਕਿ ਸਿਰਫ ਇਹ ਸੈਲਫੀ ਫੈਨ ਤੱਕ ਸੀਮਿਤ ਨਹੀਂ ਹੈ ਬਲਕਿ ਇਹ ਵੀ ਇੱਕ ਮੈਸੇਜ ਸੀ ਸੈਲਫੀ ਲੈ ਕੇ ਫੋਟੋ ਖਿੱਚ ਕੇ ਸਿੱਧੂ ਮੂਸੇਵਾਲਾ ਦੀ ਉਹਨਾਂ ਕਾਤਲਾਂ ਤੱਕ ਪਹੁੰਚਾਉਣ ਦੀ ਕਿ ਇਹ ਕੱਪੜੇ ਪਾਏ ਹੋਏ ਨੇ ਤੇ ਇਹ ਹੈ ਸਿੱਧੂ ਮੂਸੇਵਾਲਾ, ਇਸ ਨੂੰ ਜਿਹੜਾ ਇਸ ਦੇ ਉੱਤੇ ਗੋਲੀਆਂ ਚਲਾਉਣੀਆਂ ਨੇ, ਇਸ ਦਾ ਕਤਲ ਕਰਨਾ ਹੈ। ਤਾਂ ਬਹੁਤ ਵੱਡੀ ਪਲੈਨਿੰਗ ਨਜ਼ਰ ਆ ਰਹੀ ਹੈ ਕਿਉਂਕਿ ਇਸ ਦੇ ਤਾਰ ਸਿਰਫ ਇੱਕ ਥਾਂ ਤੱਕ ਨਹੀਂ ਨੇ। ਮੈਂ ਇਸ ਕਰਕੇ ਵੀ ਕਹਿ ਰਿਹਾ ਕਿਉਂਕਿ ਮੂਸੇਵਾਲਾ ਨੂੰ ਜਾਣਦੇ ਸਾਰੇ ਨੇ, ਮੂਸੇਵਾਲਾ ਨੂੰ ਪਹਿਚਾਣਦੇ ਸਾਰੇ ਨੇ, ਪਰ ਜੋ ਸ਼ਖਸ ਮੁੰਬਈ ਤੋਂ ਆਇਆ ਜਿਵੇਂ ਸੰਤੋਸ਼ ਜਾਦਵ ਜਿਹੜੇ ਰਾਜਸਥਾਨ ਤੋਂ ਹਰਿਆਣਾ ਤੋਂ ਆਏ, ਹੋ ਸਕਦਾ ਹੈ ਕਿ ਇੱਕਦਮ ਦੇਖ ਕੇ ਸਿੱਧੂ ਮੂਸੇਵਾਲਾ ਨੂੰ ਨਾ ਪਹਿਚਾਨਣ। ਇਸ ਕਰਕੇ ਵੀ ਇਹ ਸੈਲਫੀ ਵਾਲਾ ਪੂਰਾ ਡਰਾਮਾ ਕੀਤਾ ਗਿਆ ਹੋਵੇ ਕਿ ਸੈਲਫੀ ਖਿੱਚ ਕੇ ਭੇਜ ਦਿੱਤੀ ਗਈ ਹੋਵੇ ਕਿ ਇਹ ਸ਼ਖਸ ਹੈ ਜਿਸ ਦਾ ਤੁਸੀਂ ਕਤਲ ਕਰਨਾ ਹੈ, ਜਿਸ ਦੇ ਉੱਤੇ ਫਾਇਰਿੰਗ ਕਰਨੀ ਹੈ। ਖੈਰ ਵੱਡੀ ਖਬਰ ਹੈ, ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ। ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਕਿਵੇਂ ਤੱਥ ਨਿਕਲ ਕੇ ਸਾਹਮਣੇ ਆਉਂਦੇ ਨੇ, ਸ਼ਾਰਪ ਸ਼ੂਟਰ ਕਦੋਂ ਆਉਣਗੇ। ਇੱਕ ਕੇਕੜਾ ਜ਼ਰੂਰ ਪੁਲਿਸ ਦੇ ਹੱਥੇ ਚੜ ਚੁੱਕਿਆ ਹੈ। ਅੱਗੇ ਵਧਦੇ ਹਾਂ, ਅਗਲੀ ਖਬਰ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਹੈ। ਰਾਹੁਲ ਗਾਂਧੀ ਮਾਨਸਾ ਪਹੁੰਚੇ, ਪਿੰਡ ਮੂਸਾ ਪਹੁੰਚੇ, ਪਰਿਵਾਰ ਦੇ ਨਾਲ, ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ। ਉਸ ਦੀਆਂ ਵੀ ਕੁਝ ਤਸਵੀਰਾਂ ਨੇ, ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾ ਰਹੇ ਨੇ ਸਿੱਧੂ ਮੂਸੇਵਾਲਾ ਨੂੰ। ਉਹਨਾਂ ਦੀ ਤਸਵੀਰ ਦੇ ਅੱਗੇ ਰਾਹੁਲ ਗਾਂਧੀ ਦੇ ਵੱਲੋਂ ਹਰੀਸ਼ ਚੌਧਰੀ ਵੀ ਨਾਲ ਨਜ਼ਰ ਆ ਰਹੇ ਨੇ ਔਰ ਇਸ ਤਰੀਕੇ ਨਾਲ ਕੁਝ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਸਿੱਧੂ ਮੂਸੇਵਾਲਾ ਦੇ ਪਿਤਾ ਤੇ ਨਾਲ ਤੁਹਾਨੂੰ ਰਾਹੁਲ ਗਾਂਧੀ ਨਜ਼ਰ ਆ ਰਹੇ ਨੇ। ਅੰਦਰ ਦੀਆਂ ਕੁਝ ਤਸਵੀਰਾਂ ਨੇ, ਰਾਜਾ ਵੜਿੰਗ ਬੈਠੇ ਹੋਏ ਨਜ਼ਰ ਆ ਰਹੇ ਨੇ ਤੇ ਜਿਹੜੇ ਹੋਰ ਕਾਂਗਰਸ ਦੇ ਸੀਨੀਅਰ ਆਗੂ ਨੇ, ਓਪੀ ਸੋਨੀ ਤੁਹਾਨੂੰ ਮਦਨ ਲਾਲ ਜਲਾਲਪੁਰ ਬੈਠੇ ਹੋਏ ਨਜ਼ਰ ਆ ਰਹੇ ਨੇ। ਤਾਂ ਕਾਂਗਰਸ ਦੇ ਕਈ ਸੀਨੀਅਰ ਆਗੂ ਵੀ ਉੱਥੇ ਪਹੁੰਚੇ ਹੋਏ ਸਨ ਰਾਹੁਲ ਗਾਂਧੀ ਦੇ ਨਾਲ। ਕਰੀਬ ਰਾਹੁਲ ਗਾਂਧੀ 50 ਮਿੰਟ ਤੋਂ 1 ਘੰਟਾ ਪਰਿਵਾਰ ਦੇ ਨਾਲ ਰਹੇ ਨੇ, ਦੁੱਖ ਸਾਂਝਾ ਕੀਤਾ। ਚੰਡੀਗੜ੍ਹ ਪਹੁੰਚੇ ਸੀ, ਬਾਈ ਰੋਡ ਉੱਥੋਂ ਚੰਡੀਗੜ੍ਹ ਤੋਂ ਪਹੁੰਚੇ ਸਿੱਧੂ ਮੂਸੇਵਾਲਾ ਦੇ ਪਿੰਡ ਮੂਸਾ ਔਰ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਹੈ। ਰਾਹੁਲ ਗਾਂਧੀ ਦਾ ਪਹੁੰਚਣਾ ਦੋ ਚੀਜ਼ਾਂ ਨੇ, ਇੱਕ ਤਾਂ ਸਿੱਧੂ ਮੂਸੇਵਾਲਾ ਬਹੁਤ ਵੱਡਾ ਸਟਾਰ ਹੈ
ਪਾਰਟੀਆਂ ਤੋਂ ਉੱਤੇ ਉੱਠ ਕੇ ਉਸਦੇ ਲਈ ਇਸ ਸਮੇਂ ਦੁੱਖ ਦਾ ਪ੍ਰਗਟਾਵਾ ਹਰ ਕੋਈ ਕਰ ਰਿਹਾ। ਦੂਜਾ ਪੁਆਇੰਟ ਇਹ ਹੈ ਕਿ ਸਿੱਧੂ ਮੂਸੇਵਾਲਾ ਕਾਂਗਰਸੀ ਲੀਡਰ ਵੀ ਸੀ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਸਿੱਧੂ ਮੂਸੇਵਾਲਾ ਨੇ ਪਾਰਟੀ ਨੂੰ ਜੁਆਇਨ ਕੀਤਾ ਹੈ ਕਾਂਗਰਸ ਨੂੰ, ਤਾਂ ਉਸ ਸਮੇਂ ਇੱਕ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਚਰਨਜੀਤ ਸਿੰਘ ਚੰਨੀ, ਉਸ ਦੇ ਵਿੱਚ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗੇ, ਸਾਰੇ ਵੱਡੇ ਪੰਜਾਬ ਕਾਂਗਰਸ ਦੇ ਆਗੂ ਨਜ਼ਰ ਆਏ ਸੀ। ਇਲੈਕਸ਼ਨ ਤੋਂ ਪਹਿਲਾਂ ਦੀ ਤਸਵੀਰ ਹੈ ਔਰ ਉਸ ਤੋਂ ਕੁਝ ਹੀ ਦਿਨਾਂ ਬਾਅਦ, 1-2 ਦਿਨਾਂ ਬਾਅਦ ਸਿੱਧੂ ਮੂਸੇਵਾਲਾ ਜਾ ਕੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕਰਦੇ ਨੇ। ਉਹ ਵੀ ਤਸਵੀਰ ਸਾਹਮਣੇ ਆਈ ਸੀ ਔਰ ਲੱਗ ਰਿਹਾ ਕਿ ਉਹ ਪਹਿਲੀ ਔਰ ਆਖਰੀ ਮੁਲਾਕਾਤ ਸੀ ਰਾਹੁਲ ਗਾਂਧੀ ਅਤੇ ਸਿੱਧੂ ਮੂਸੇਵਾਲਾ ਦੀ। ਉਸ ਤੋਂ ਬਾਅਦ ਇਹ ਮੰਦਭਾਗਾ ਜਿਹੜਾ ਹਾਦਸਾ ਵਾਪਰ ਗਿਆ। ਪਰਿਵਾਰ ਦੇ ਨਾਲ ਹੁਣ ਮੁਲਾਕਾਤ ਕੀਤੀ ਹੈ ਰਾਹੁਲ ਗਾਂਧੀ ਨੇ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲ ਕੇ ਰਾਹੁਲ ਗਾਂਧੀ ਨੇ ਦੁੱਖ ਵੰਡਾਇਆ। ਉਧਰ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਕਿ ਤੁਸੀਂ ਆਪਣੇ ਪੱਧਰ ਦੇ ਉੱਤੇ ਵੀ ਕੋਸ਼ਿਸ਼ਾਂ ਕਰੋ। ਔਰ ਕਿਉਂਕਿ ਇੱਥੇ ਇਹ ਵੀ ਖਾਸ ਹੈ ਕਿ ਜੇ ਰਾਜਸਥਾਨ ਪੁਲਿਸ, ਰਾਜਸਥਾਨ 'ਚ ਕਾਂਗਰਸ ਦੀ ਸਰਕਾਰ ਹੈ, ਤਾਂ ਰਾਜਸਥਾਨ ਦੇ ਨਾਲ ਜੇ ਤਾਰ ਜੁੜਦੇ ਨੇ ਤਾਂ ਉੱਥੇ ਵੀ ਪੰਜਾਬ ਪੁਲਿਸ ਨੂੰ ਮਦਦ ਦੀ ਜ਼ਰੂਰਤ ਤਾਂ ਜ਼ਰੂਰ ਹੋਏਗੀ ਗੁਆਂਢੀ ਸੂਬਿਆਂ ਦੇ ਵਿੱਚ। ਹਾਲਾਂਕਿ ਪੁਲਿਸ ਦਾ ਕੋਆਰਡੀਨੇਸ਼ਨ ਆਪਣੇ ਤਰੀਕੇ ਨਾਲ ਕੰਮ ਕਰਦਾ ਹੈ, ਪਰ ਜਦੋਂ ਸਰਕਾਰੀ ਤੌਰ ਦੇ ਉੱਤੇ ਸੀਐਮ ਦੇ ਪੱਧਰ ਦੇ ਉੱਤੇ ਕੋਈ ਆਦੇਸ਼ ਦੇ ਦਿੱਤੇ ਜਾਂਦੇ ਨੇ ਕਿ ਪੰਜਾਬ ਪੁਲਿਸ ਨੂੰ ਮੂਸੇਵਾਲਾ ਕੇਸ ਦੇ ਵਿੱਚ ਤੁਸੀਂ ਪਹਿਲ ਦੇ ਆਧਾਰ ਦੇ ਉੱਤੇ ਮਦਦ ਕਰਨੀ ਹੈ, ਤਾਂ ਫਿਰ ਉਸਦਾ ਅਸਰ ਇਸ ਪੂਰੀ ਇਨਵੈਸਟੀਗੇਸ਼ਨ ਦੇ ਵਿੱਚ ਨਜ਼ਰ ਆ ਸਕਦਾ ਹੈ। ਕਿਉਂਕਿ ਰਾਜਸਥਾਨ ਦੇ ਤਾਰ ਤਾਂ ਸਿੱਧੇ ਤੌਰ ਤੇ ਜੁੜ ਰਹੇ ਨੇ। ਰਾਜਸਥਾਨ ਦੇ ਰਾਵਤਸਰ ਤੋਂ ਜਿਹੜੀ ਬਲੈਰੋ ਗੱਡੀ ਆ ਉਹ ਤੁਰੀ ਸੀ, ਪਹਿਲਾਂ ਫਤਿਹਾਬਾਦ ਪਹੁੰਚੀ ਹਰਿਆਣਾ ਦੇ ਵਿੱਚ, ਤੇ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪੰਜਾਬ ਪਹੁੰਚੀ ਸੀ। ਤਾਂ ਇਹ ਪ੍ਰਗਟਾਵਾ ਦੁੱਖ ਦਾ ਕੀਤਾ ਗਿਆ ਹੈ ਔਰ ਸਵੇਰ ਦੇ ਸਮੇਂ ਰਾਹੁਲ ਗਾਂਧੀ ਪਹੁੰਚੇ ਸਨ ਤੇ ਕਰੀਬ 1 ਘੰਟੇ ਤੱਕ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਹੈ। ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਬਹੁਤ ਤੁਸੀਂ ਕਹਿ ਸਕਦੇ ਹੋ ਭਾਵੁਕ ਇਮੋਸ਼ਨਲ ਤਸਵੀਰਾਂ ਨੇ। ਖੈਰ ਇਸ ਸਮੇਂ ਹਰ ਕੋਈ ਪਹੁੰਚ ਰਿਹਾ ਹੈ, ਜਿਹੜੇ ਨਹੀਂ ਵੀ ਪਹੁੰਚ ਪਾ ਰਹੇ ਉਹ ਵੀ ਦੂਰ ਬੈਠੇ ਆਪਣੇ ਘਰਾਂ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦੇ ਪਿਤਾ, ਉਹਨਾਂ ਦੀ ਮਾਤਾ ਖਾਸ ਤੌਰ ਤੇ ਪਰਿਵਾਰ ਦੇ ਲਈ ਦੁਆਵਾਂ ਜ਼ਰੂਰ ਕਰ ਰਹੇ ਨੇ ਕਿ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਇੰਨੀ ਵੱਡੀ ਤਰਾਸਦੀ ਤਬਾਹੀ ਝੱਲਣ ਦਾ। ਤੇ ਜਿਨ੍ਹਾਂ ਦੇ ਲਈ ਮੁਮਕਿਨ ਹੋ ਪਾ ਰਿਹਾ ਹੈ ਉਹ ਜ਼ਰੂਰ ਪਹੁੰਚ ਰਹੇ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ, ਮਾਤਾ ਦੇ ਨਾਲ ਮੁਲਾਕਾਤ ਕਰਨ ਦੇ ਲਈ। ਉਹ ਵੱਡੇ ਆਗੂ ਹੋਣ, ਆਮ ਲੋਕ ਹੋਣ, ਉੱਥੇ ਪਹੁੰਚ ਕੇ ਪਰਿਵਾਰ ਦੇ ਨਾਲ ਜ਼ਰੂਰ ਦੁੱਖ ਸਾਂਝਾ ਕਰ ਰਹੇ ਨੇ। ਰਾਹੁਲ ਗਾਂਧੀ ਨੇ ਵੀ ਮੁਲਾਕਾਤ ਕੀਤੀ ਹੈ ਤੇ ਰਾਹੁਲ ਗਾਂਧੀ ਨੇ ਟਵੀਟ ਕੀਤਾ ਉਸ ਤੋਂ ਬਾਅਦ, ਉਹ ਵੀ ਤੁਹਾਨੂੰ ਦਿਖਾਉਂਦੇ ਆ। ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਟਵੀਟ ਕੀਤਾ ਗਿਆ ਕਿ ਕਾਂਗਰਸ ਦੇ ਆਗੂ ਸਿੱਧੂ ਮੂਸੇਵਾਲਾ ਜੀ ਦੇ ਮਾਤਾ ਪਿਤਾ ਜਿਸ ਦੁੱਖ ਦੇ ਵਿੱਚੋਂ ਗੁਜ਼ਰ ਰਹੇ ਨੇ ਉਸ ਨੂੰ ਬਿਆਨ ਕਰਨਾ ਔਖਾ ਹੈ। ਉਹਨਾਂ ਨੂੰ ਇਨਸਾਫ ਦਿਵਾਉਣਾ ਸਾਡਾ ਫਰਜ਼ ਹੈ ਅਤੇ ਅਸੀਂ ਇਨਸਾਫ ਦਿਵਾ ਕੇ ਰਹਾਂਗੇ। ਸੂਬੇ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਭੰਗ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਕਾਇਮ ਰੱਖਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਸ ਦੀ ਗੱਲ ਹੁਣ ਨਹੀਂ ਹੈ। ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਦੇ ਵੱਲੋਂ ਇਹ ਟਵੀਟ ਕੀਤਾ ਗਿਆ। ਕੁਝ ਹੀ ਪਲਾਂ ਦੇ ਵਿੱਚ ਟਵੀਟ ਦਾ ਅਸੀਂ ਜਦੋਂ ਤੁਹਾਨੂੰ ਸ਼ਬਦ ਨੇ ਜੋ ਲਿਖਿਆ ਗਿਆ ਉਸ ਦੇ ਵਿੱਚ ਉਹ ਵੀ ਤੁਹਾਡੀ ਟੀਵੀ ਸਕਰੀਨ ਤੇ ਲੈ ਕੇ ਆਵਾਂਗੇ। ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ, ਪੇਰੈਂਟਸ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਰਾਹੁਲ ਗਾਂਧੀ ਦੇ ਵੱਲੋਂ ਇਹ ਟਵੀਟ ਕੀਤਾ ਗਿਆ। ਰਾਹੁਲ ਗਾਂਧੀ ਲਿਖ ਰਹੇ ਨੇ ਕਿ ਕਾਂਗਰਸ ਦੇ ਆਗੂ ਸਿੱਧੂ ਮੂਸੇਵਾਲਾ ਜੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਦੇ ਮਾਤਾ ਪਿਤਾ ਦਾ ਦੁੱਖ, ਜਿਸ ਦੁੱਖ ਦੇ ਵਿੱਚੋਂ ਉਹ ਗੁਜ਼ਰ ਰਹੇ ਨੇ, ਉਹਨਾਂ ਦੇ ਲਈ ਇਹ ਸਭ ਕੁਝ ਸਹਿਨ ਕਰਨਾ ਬਹੁਤ ਔਖਾ ਹੈ, ਲਾਜ਼ਮੀ ਤੌਰ ਤੇ ਬਹੁਤ ਔਖਾ ਸਮਾਂ ਪੂਰੇ ਪਰਿਵਾਰ ਦੇ ਲਈ। ਔਰ ਕੁਝ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਉਹ ਵੀ ਜਿਹੜੀਆਂ ਹੁਣ ਲੇਟੈਸਟ ਤਸਵੀਰਾਂ ਆਈਆਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚੇ ਰਾਹੁਲ ਗਾਂਧੀ ਜਦੋਂ ਪਹੁੰਚੇ ਨੇ। ਰਾਹੁਲ ਗਾਂਧੀ ਤੁਹਾਨੂੰ ਬੈਠੇ ਨਜ਼ਰ ਆ ਰਹੇ ਨੇ, ਓਪੀ ਸੋਨੀ ਬੈਠੇ ਹੋਏ ਨੇ, ਕੁਲਜੀਤ ਨਾਗਰਾ ਉੱਥੇ ਬੈਠੇ ਹੋਏ ਨੇ, ਰਾਜਾ ਵੜਿੰਗ ਬੈਠੇ ਹੋਏ ਨੇ, ਮਦਨ ਲਾਲ ਜਲਾਲਪੁਰ ਬੈਠੇ ਹੋਏ ਨੇ। ਸਿੱਧੂ ਮੂਸੇਵਾਲਾ ਦੇ ਪਿਤਾ ਦੇ ਨਾਲ ਗੱਲਬਾਤ ਕਰ ਰਹੇ ਨੇ ਉੱਥੇ ਜਿਹੜੀ ਇਹ ਮੁਲਾਕਾਤ ਹੋ ਰਹੀ ਹੈ। ਤਾਂ ਬਹੁਤ ਔਖਾ ਸਮਾਂ ਪੂਰੇ ਪਰਿਵਾਰ ਦੇ ਲਈ, ਤੇ ਇਸ ਔਖੇ ਸਮੇਂ ਦੇ ਵਿੱਚ ਪਾਰਟੀਆਂ ਦਾ ਜ਼ਿਕਰ ਇਸ ਸਮੇਂ ਨਹੀਂ ਹੋ ਰਿਹਾ, ਕਰਨਾ ਵੀ ਨਹੀਂ ਚਾਹੀਦਾ, ਕਿਉਂਕਿ ਜਿਹੜਾ ਅੱਜ ਪਹੁੰਚ ਰਿਹਾ, ਅੱਜ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਇੱਕ ਇਮੋਸ਼ਨਲੀ ਅਟੈਚ ਆਪਾਂ ਇੱਕ ਮਹਿਸੂਸ ਕਰਦੇ ਹਾਂ ਕਿਸੇ ਦੇ ਨਾਲ ਖੁਦ ਨੂੰ, ਤਾਂ ਉਹੀ ਇੱਕ ਅਟੈਚਮੈਂਟ ਦੀ ਵਜ੍ਹਾ ਦੇ ਨਾਲ ਅੱਜ ਪਹੁੰਚ ਰਹੇ ਨੇ। ਤਾਂ ਕਈ ਵੱਡੇ ਆਗੂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਰਹੇ ਨੇ। ਤਾਂ ਇੱਕ ਹੋਰ ਅਹਿਮ ਜਾਣਕਾਰੀ ਔਰ ਖਬਰ ਹੈ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ। ਸਿੱਧੂ ਮੂਸੇਵਾਲਾ ਦੇ ਯਾਦਗਾਰ ਦੇ ਉੱਤੇ ਉਹਨਾਂ ਦੇ ਫੈਨਸ ਪਹੁੰਚ ਰਹੇ ਨੇ ਤੇ ਜ਼ਿਆਦਾਤਰ ਲੋਕ ਤਾਂ ਮੱਥਾ ਟੇਕਦੇ ਹੋਏ ਪੈਸੇ ਵੀ ਚੜਾ ਰਹੇ ਨੇ। ਪਰ ਪਰਿਵਾਰ ਨੇ ਹੁਣ ਇਸ ਥਾਂ ਦੇ ਉੱਤੇ ਇੱਕ ਵੱਡਾ ਪੋਸਟਰ ਲਗਾ ਦਿੱਤਾ ਤੇ ਲੋਕਾਂ ਨੂੰ ਪੈਸੇ ਨਾ ਚੜਾਉਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਲਿਖਿਆ ਗਿਆ ਕਿ ਮੂਸੇਵਾਲਾ ਸਿਰਫ ਸ਼ਬਦ ਗੁਰੂ ਦੇ ਵਿੱਚ ਯਕੀਨ ਰੱਖਦਾ ਸੀ, ਇਸ ਲਈ ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੀ ਟੇਕਿਆ ਜਾਵੇ। ਪਰਿਵਾਰ ਦੇ ਵੱਲੋਂ ਮੂਸੇਵਾਲਾ ਦੇ ਚਾਹਣ ਵਾਲਿਆਂ ਨੂੰ ਇੱਕ ਬੂਟਾ ਲਗਾਉਣ ਦੀ ਅਪੀਲ ਜ਼ਰੂਰ ਕੀਤੀ ਗਈ ਹੈ। ਖੇਤਾਂ ਦੇ ਵਿੱਚ ਜਿਸ ਥਾਂ ਮੂਸੇਵਾਲਾ ਦਾ ਸੰਸਕਾਰ ਕੀਤਾ ਗਿਆ ਸੀ ਉਸ ਥਾਂ ਦੇ ਉੱਤੇ ਇੱਕ ਯਾਦਗਾਰ ਬਣਾ ਦਿੱਤੀ ਗਈ, ਇੱਕ ਸਮਾਧ ਦੀ ਤਰ੍ਹਾਂ ਬਣਾ ਦਿੱਤੀ ਗਈ ਜਿੱਥੇ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉਹ ਤੁਹਾਨੂੰ ਦਿਖਾ ਰਹੇ ਹਾਂ। ਖੈਰ ਆਪਣੇ ਧਰਮ ਦੇ ਵਿੱਚ ਜਿਹੜੇ ਇੱਕ ਰਿਵਾਇਤ ਜੀ ਹੈ, ਚਾਹੇ
ਹਿੰਦੂ ਧਰਮ ਹੋਵੇ, ਸਿੱਖ ਧਰਮ ਹੋਵੇ, ਕਿ ਜਦੋਂ ਆਪਾਂ ਕਿਸੇ ਧਾਰਮਿਕ ਥਾਂ ਦੇ ਉੱਤੇ ਮੱਥਾ ਟੇਕਦੇ ਹਾਂ ਤਾਂ ਉਸ ਤੋਂ ਬਾਅਦ ਉੱਥੇ ਮੱਥਾ ਟੇਕਦੇ ਹੋਏ ਪੈਸੇ ਵੀ ਚੜਾ ਦਿੰਦੇ ਆ। ਪਰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਹਰ ਜਗ੍ਹਾ ਦੇ ਉੱਤੇ ਪੈਸੇ ਚੜਾਈਏ। ਸਿੱਧੂ ਮੂਸੇਵਾਲਾ ਦੀ ਇੱਕ ਕੋਈ ਸਮਾਧ ਨਹੀਂ ਹੈ, ਬਸ ਇੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਤੇ ਕਿਸੇ ਦੇ ਵੱਲੋਂ ਜੋ ਉਹਨਾਂ ਦਾ ਸਮਰਥਕ ਸੀ, ਉਹਨਾਂ ਨੂੰ ਚਾਹਣ ਵਾਲਾ ਸੀ, ਉਹਨਾਂ ਨੇ ਉੱਥੇ ਉਸ ਥਾਂ ਦੇ ਉੱਤੇ ਇੱਕ ਇੱਟਾਂ ਦੇ ਨਾਲ ਸਮਾਧ ਬਣਾ ਦਿੱਤੀ। ਹਾਲਾਂਕਿ ਲੋਕ ਉਸ ਨੂੰ ਜ਼ਰੂਰ ਨਤਮਸਤਕ ਹੋ ਰਹੇ ਨੇ ਕਿ ਇਸ ਧਰਤੀ ਦੇ ਉੱਤੇ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਹੋਇਆ ਹੈ, ਤਾਂ ਉੱਥੇ ਜ਼ਰੂਰ ਨਤਮਸਤਕ ਹੋ ਰਹੇ ਨੇ, ਪਰ ਉੱਥੇ ਪੈਸੇ ਵੀ ਚੜਾਏ ਜਾ ਰਹੇ ਨੇ। ਖੈਰ, ਪੈਸੇ ਹਰ ਜਗ੍ਹਾ ਚੜਾਉਣ ਦੀ ਲੋੜ ਵੀ ਨਹੀਂ ਹੁੰਦੀ ਔਰ ਇਸ ਕਰਕੇ ਪਰਿਵਾਰ ਨੂੰ ਹੁਣੇ ਬੇਨਤੀ ਵੀ ਕਰਨੀ ਪਈ ਹੈ। ਇਹ ਵੀ ਕਾਬਿਲੇ ਗੌਰ ਹੈ ਕਿ ਪਿਛਲੇ 24 ਘੰਟਿਆਂ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਇਸ ਸਮਾਧ ਦੇ ਉੱਤੇ, ਇਸ ਥਾਂ ਦੇ ਉੱਤੇ ਜਿਹੜੇ ਪੈਸੇ ਚੜਾਏ ਜਾ ਰਹੇ ਸੀ ਉਸ ਦੀਆਂ ਤਸਵੀਰਾਂ ਬਹੁਤ ਵਾਇਰਲ ਹੋ ਰਹੀਆਂ ਸੀ ਸੋਸ਼ਲ ਮੀਡੀਆ ਤੇ। ਔਰ ਇਹ ਆਪਾਂ ਨੂੰ ਇਹ ਵੀ ਸਮਝਣਾ ਹੋਏਗਾ, ਖਾਸ ਤੌਰ ਤੇ ਜਿਹੜੇ ਉਹਨਾਂ ਦੇ ਸਮਰਥਕ ਨੇ, ਕਿ ਪਰਿਵਾਰ ਦੇ ਲਈ ਜਿਹੜੀ ਔਖੀ ਘੜੀ ਆ ਉਸ ਦੇ ਵਿੱਚ ਹੋਰ ਦਿੱਕਤਾਂ ਨਾ ਖੜੀਆਂ ਕਰ ਦਿੱਤੀਆਂ ਜਾਣ। ਪਰਿਵਾਰ ਹੋਰ ਬੜੇ ਔਖੇ ਦੌਰ ਦੇ ਵਿੱਚੋਂ ਲੰਘ ਰਿਹਾ ਤੇ ਇਸ ਵਿਚਾਲੇ ਉਹਨਾਂ ਨੂੰ ਇਹਨਾਂ ਚੀਜ਼ਾਂ ਦੇ ਵੱਲ ਵੀ ਧਿਆਨ ਦੇਣਾ ਪੈ ਰਿਹਾ ਹੈ। ਇਹ ਵੀ ਲੋਕਾਂ ਨੂੰ ਸਮਝਣਾ ਹੋਏਗਾ। ਤਾਂ ਪਰਿਵਾਰ ਨੂੰ ਬੇਨਤੀ ਕਰਨੀ ਪਈ ਹੈ ਤੇ ਪਰਿਵਾਰ ਨੇ ਲਿਖਿਆ ਕਿ ਪਰਿਵਾਰ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਇਸ ਥਾਂ ਤੇ ਪੈਸਿਆਂ ਦਾ ਮੱਥਾ ਨਾ ਟੇਕਿਆ ਜਾਵੇ। ਸਿੱਧੂ ਮੂਸੇਵਾਲਾ ਸਿਰਫ ਸ਼ਬਦ ਗੁਰੂ ਦੇ ਵਿੱਚ ਯਕੀਨ ਰੱਖਦਾ ਸੀ। ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਟੇਕੋ। ਸਿੱਧੂ ਬਾਈ ਨੂੰ ਪਿਆਰ ਕਰਨ ਵਾਲੇ ਇੱਕ ਇੱਕ ਪੌਦਾ ਲਗਾ ਕੇ ਉਸ ਨੂੰ ਪਾਲ ਕੇ ਵੱਡਾ ਕਰੋ। ਤਾਂ ਇੱਕ ਭਾਵੁਕ ਅਪੀਲ ਹੈ ਔਰ ਭਾਵੁਕ ਅਪੀਲ ਦੇ ਨਾਲ ਇੱਕ ਤੁਸੀਂ ਕਹਿ ਸਕਦੇ ਹੋ ਕਿ ਸਕਾਰਾਤਮਕ ਅਪੀਲ ਹੈ ਕਿ ਇਸ ਸਮੇਂ ਜ਼ਰੂਰਤ ਹੈ ਸਿੱਧੂ ਮੂਸੇਵਾਲਾ ਨੂੰ ਯਾਦ ਕਰਨਾ। ਉਹਨਾਂ ਦੇ ਨਾਮ ਦੇ ਉੱਤੇ ਜੇ ਆਪਾਂ ਇੱਕ ਬੂਟਾ ਲਗਾ ਸਕੀਏ, ਇੱਕ ਪੇੜ ਲਗਾਉਂਦੇ ਆ, ਤਾਂ ਉਹ ਜ਼ਰੂਰ ਜਦੋਂ ਵੱਡਾ ਹੋਏਗਾ ਤਾਂ ਉਹ ਤੁਹਾਨੂੰ ਅੱਜ ਤੋਂ 10 ਸਾਲ, 20 ਸਾਲ, 50 ਸਾਲ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਯਾਦ ਜ਼ਰੂਰ ਕਰਵਾਉਂਦਾ ਰਹੇਗਾ ਔਰ ਇਨਫੈਕਟ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਤੁਹਾਡੇ ਘਰ ਦੇ ਵਿੱਚੋਂ ਯਾਦ ਕਰਵਾਉਂਦਾ ਰਹੇਗਾ। ਤੇ ਪਰਿਵਾਰ ਨੇ ਬੇਨਤੀ ਕੀਤੀ।